ਬਈ ਕੀ ਲੱਗਦਾ ਹੈ ਦੋ ਧੜੇ ਹੁਣ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਇਸ ਤਰ੍ਹਾਂ ਦੇ ਬਣ ਗਏ, ਜਿਹੜੇ ਦੋ ਵਿਚਾਰ ਰੱਖਦੇ ਨੇ, ਦੋ ਵਿਚਾਰ ਖੜੇ ਹੋ ਗਏ, ਇੱਕ ਮਾਰ ਦੇਣਾ ਚਾਹੀਦਾ ਸੀ, ਦੂਜੇ ਕਹਿੰਦੇ ਆ ਕਿ ਮਾਰਨਾ ਕੋਈ ਹੱਲ ਨਹੀਂ। ਕੀ ਸਮਝ ਪਰ ਕੀ ਮਾਰਨਾ ਹੱਲ ਹੈ? ਜਾਂ ਤੁਸੀਂ ਕਹਿੰਦੇ ਹੋ ਵੀ ਅਸੀਂ ਮਾਰ ਹੀ ਜਾਣੇ ਆ, ਤੁਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਪੈਦਾ ਨਹੀਂ ਹੋਣ ਦੇਣੇ। ਅਸਲ ਦੇ ਵਿੱਚ ਪਹਿਲਾਂ ਜੜ ਫੜਨੀ ਪਊਗੀ ਸਰਕਾਰਾਂ ਨੂੰ। ਯਾਰ ਗੈਂਗਸਟਰ ਪੈਦਾ ਹੀ ਨਹੀਂ ਹੋਣ ਦਿਓ। ਪੁਲਿਸ ਕਹਿੰਦੀ ਸਾਨੂੰ ਕੀ ਪਤਾ ਲੱਗੇ ਕਿ ਕੌਣ ਜਿਹੜਾ ਕਿੱਥੋਂ ਪੈਦਾ ਹੋ ਰਿਹਾ। ਹੁਣ ਪੁਲਿਸ ਇਹੀ ਗੱਲ ਦਾ ਥੋੜੇ ਧਿਆਨ ਰੱਖੂਗੀ ਵੀ ਹਰੇਕ ਬੰਦੇ ਨੂੰ ਜਾ ਕੇ ਦੇਖੀ ਜਾਓ ਕਿ ਕੌਣ ਗੈਂਗਸਟਰ ਦੇ ਰਾਹ ਤੇ ਤੁਰ ਰਿਹਾ। ਫਿਰ ਸਰਕਾਰਾਂ ਦੀ ਇਹੀ ਤਾਂ ਨਾਕਾਮੀ ਹੈ ਨਾ। ਜੇ ਤੁਹਾਨੂੰ ਨਹੀਂ ਪਤਾ ਲੱਗਦਾ ਜਾਂ ਤੁਹਾਡਾ ਫਿਰ ਤੰਤਰ ਤੁਹਾਡਾ ਫੇਲ ਹੈ, ਤੁਹਾਡੀ ਇੰਟੈਲੀਜੈਂਸੀ ਫੇਲ ਹੈ, ਤੁਹਾਡਾ ਪੁਲਿਸ ਤੰਤਰ ਜਾਂ ਤੁਸੀਂ ਸਾਰੇ ਫੇਲ ਹੈ। ਮੈਂ ਪਰ ਇਹ ਕਹਾਂਗਾ ਚਾਹੇ ਸਮਰਥਕ ਹੈ ਕੋਈ, ਚਾਹੇ ਆ ਕੋਈ ਵਿਰੋਧੀ, ਜਦੋਂ ਅਜਿਹਾ ਲਲਕਾਰਾ ਫੇਸਬੁੱਕ ਦੇ ਉੱਤੇ ਵੱਜਦਾ ਵੀ ਤੁਹਾਨੂੰ ਦੇਖ ਲਾਂਗੇ, ਆ ਦੇਖ ਲਓ ਜੀ ਕਿਸ ਤਰ੍ਹਾਂ ਭੌਂਕੀ ਜਾਂਦੇ, ਆਹ ਕਰਦੇ ਆ ਉਹ ਕਰਦੇ ਆ, ਸ਼ਬਦਾਵਲੀ ਇਹੋ ਜਿਹੀ ਵਰਤਦੇ ਜਦੋਂ ਤੁਹਾਡੇ ਸਮਰਥਕ, ਤਾਂ ਉਹਨਾਂ ਨੂੰ ਫੜ ਕੇ ਉਹਨਾਂ ਦੇ ਉੱਤੇ ਕੇਸ ਕਿਉਂ ਨਹੀਂ ਹੁੰਦਾ? ਵੀ ਜਦੋਂ ਅਜਿਹੇ ਗੈਂਗਸਟਰ ਬਣਦੇ ਆ ਤਾਂ ਇਹਨਾਂ ਭਰਾਵਾਂ ਨੂੰ ਵੀ ਨਹੀਂ ਪਤਾ ਲੱਗਦਾ ਵੀ ਅਸੀਂ ਕਿਹੜੀ ਲਾਈਨ ਤੇ ਤੁਰ ਪਏ ਆ। ਕਿਉਂਕਿ ਜਦ ਪਿੱਛੋਂ ਲੀਡਰ ਨੇ ਇਹ ਕਹਿ ਦੇਣਾ ਨਾ ਕਿਸੇ ਨੇ ਵੀ ਕੋਈ ਨਾ ਫਿਕਰ ਨਾ ਕਰ, ਤੂੰ ਜਾ ਕੇ ਬੂਥ ਕੈਪਚਰਿੰਗ ਕਰ, ਇਹ ਬੂਥਾਂ ਦੀ ਕੈਪਚਰਿੰਗ ਤੋਂ ਸ਼ੁਰੂ ਹੋ ਕੇ ਨਾ ਕੰਮ ਅੱਗੇ ਤੱਕ ਜਾਂਦਾ ਹੈ। ਸੋ ਕਿਤੇ ਨਾ ਕਿਤੇ ਅਸੀਂ ਜ਼ਰੂਰ, ਤੁਸੀਂ ਚਾਹੇ ਇਹ ਕਹਿ ਦਿਓ ਵੀ ਅਸੀਂ ਸਾਡੀ ਸਰਕਾਰ ਨਹੀਂ ਪੈਦਾ ਕਰਦੀ, ਪਰ ਮੈਂ ਉਹਨਾਂ ਲੀਡਰਾਂ ਨੂੰ ਵੀ ਕਹੂੰਗਾ ਫਿਰ ਤੁਹਾਨੂੰ ਵੀ ਨਹੀਂ ਪਤਾ ਲੱਗਦਾ ਵੀ ਤੁਸੀਂ ਗੈਂਗਸਟਰ ਪੈਦਾ ਕਿਵੇਂ ਕਰ ਦਿੰਦੇ ਹੋ। ਗੈਂਗਸਟਰ ਸ਼ਬਦ ਜਿਹੜਾ ਹੈਗਾ ਥੋੜੇ ਚਿਰ ਤੋਂ ਹੀ ਪ੍ਰਚਲਿਤ ਹੋ ਗਿਆ। ਇਹਦੇ ਅੰਤਰਗਤ ਰੱਖੋਗੇ ਕਿਹਨੂੰ? ਜਿਹੜਾ ਪਿੰਡ 'ਚ ਦੋ ਬੰਦੇ ਲੜ ਪਏ ਉਹ ਵੀ ਗੈਂਗਸਟਰ ਆ, ਜਾਂ ਫਿਰ ਗੈਂਗਸਟਰ ਦਾ ਕੋਈ ਪੈਰਾਮੀਟਰ ਵੀ ਜਿਹੜਾ ਰੱਖਿਆ ਗਿਆ ਕਿ ਇਹ ਲੈਵਲ ਤੇ ਜਦੋਂ ਪਹੁੰਚ ਗਿਆ ਬੰਦਾ ਉਹ ਗੈਂਗਸਟਰ? ਇਹ ਤਾਂ ਮੀਡੀਆ ਦਾ ਦਿੱਤਾ ਹੋਇਆ ਨਾਮ ਹੈ ਇੱਕ ਤਰ੍ਹਾਂ ਨਾਲ ਗੁੰਡਾਗਰਦੀ ਨੂੰ ਵੀ। ਹਾਂਜੀ ਗੈਂਗਸਟਰ ਸ਼ਬਦ, ਇਹ ਗੈਂਗਸਟਰ ਸ਼ਬਦ ਜਦੋਂ ਕੋਈ ਬੰਦਾ ਯਾਰ ਮਸ਼ਹੂਰ ਮਰਦਾ ਉਦੋਂ ਹੀ ਕਿਉਂ ਪੈਦਾ ਹੁੰਦਾ ਵੀਰੇ? ਤਾਂ ਮੈਂ ਤਾਂ ਇਹ ਵੀ ਕਹਿੰਦਾ ਵੀ ਜੇ ਰੱਬ ਕਰੇ ਚਲੋ ਬਚ ਜਾਂਦਾ ਵੀਰ ਸਿੱਧੂ ਮੂਸੇਵਾਲਾ, ਜੇ ਬਚ ਜਾਂਦਾ ਨਾ ਲੋਕਾਂ ਨੇ ਉਹਨੂੰ ਵੀ ਕਹਿਣ ਲੱਗ ਜਾਣਾ ਵੀ ਇਹਦੇ ਗੈਂਗਸਟਰ ਨਾਲ ਲਿੰਕ ਸੀਗੇ ਇਸ ਕਰਕੇ ਉਹਨਾਂ ਨੇ ਮਾਰਿਆ। ਤੇ ਜਿਉਂਦੇ ਨੂੰ ਤਾਂ ਬਾਈ ਇੱਥੇ ਅੱਜ ਮਰੇ ਤੋਂ ਕਰ ਰਹੇ ਆ ਲੋਕ ਤਰਸ, ਪਰ ਜੇ ਜਿਉਂਦਾ ਹੁੰਦਾ ਇਹਨਾਂ ਨੇ ਜਿਉਂਦੇ ਜੀ ਮਾਰ ਦੇਣਾ ਸੀ ਉਹਨੂੰ ਲਾਹਣਤਾਂ ਪਾ ਕੇ। ਪਰਮੇਸ਼ ਵਰਮਾ ਦੀ ਬਾਰ ਨੂੰ ਵੀ ਅਸੀਂ ਦੇਖਿਆ ਹੀ ਹੈ, ਦਿਲਪ੍ਰੀਤ ਦੇ ਪੱਖ ਦੇ ਵਿੱਚ ਜ਼ਿਆਦਾ ਆ ਰਹੇ ਸੀਗੇ। ਪਰਮੇਸ਼ ਵਰਮਾ ਨੂੰ ਉਹ ਕਹਿ ਰਹੇ ਸੀਗੇ ਵੀ ਹੁਣ ਖੜਦਾ ਉੱਥੇ ਐਂ ਖੜਦਾ, ਕਿ ਜੇ ਪਰਮੇਸ਼ ਵਰਮਾ ਨਾਲ ਕੋਈ ਉਨੀਕੀ ਹੋ ਜਾਂਦੀ, ਰੱਬ ਨਾ ਕਰੇ ਉਹੀ ਜੀ ਘਟਨਾ ਵਾਪਰ ਜਾਂਦੀ, ਤਾਂ ਫਿਰ ਇਹਨਾਂ ਨੇ ਉਹਨੂੰ ਹੀਰੋ ਬਣਾਉਣਾ ਸੀਗਾ। ਤਾਂ ਆਪਾਂ ਕਿਉਂ ਨਹੀਂ ਕਹਿੰਦੇ ਵੀ ਬਾਈ ਵੀਰੋ ਦੇਖੋ ਉਹ ਵੀਰ ਸਾਡੇ ਚੋਂ ਚਲਾ ਗਿਆ, ਪਰ ਉਹਦੀਆਂ ਆਹ ਚੀਜ਼ਾਂ ਨਹੀਂ ਠੀਕ ਸੀ, ਆਹ ਇੱਥੇ ਹੰਕਾਰੀ ਸੀ, ਇੱਥੇ ਸ਼ਬਦ ਜਿਹੜੇ ਸੀਗੇ ਉਹ ਪ੍ਰੇਰਿਤ ਕਰਦੇ ਸੀ ਨੌਜਵਾਨਾਂ ਨੂੰ, ਇਸ ਕਰਕੇ ਕਿਉਂ ਨਹੀਂ ਕਹਿੰਦੇ ਯਾਰ? ਪਰ ਜਿਹੜੇ ਮੁੰਡੇ ਹੁਣ ਦੋ ਮਾਰੇ ਗਏ ਉਹਨਾਂ ਦੇ ਤੇ ਪਰਿਵਾਰ ਵੀ ਤਾਂ ਕਹਿ ਰਹੇ, ਹਾਲਾਂਕਿ ਉਹਨਾਂ ਨੇ ਪਹਿਲਾਂ ਇਹ ਵੀ ਕਿਹਾ ਕਿ ਸਾਡੇ ਪੁੱਤ ਨੇ ਜੇ ਗਲਤ ਕੀਤਾ ਤਾਂ ਉਹਦੇ ਨਾਲ ਗਲਤ ਹੋਣਾ ਚਾਹੀਦਾ, ਅਸੀਂ ਉਹਦਾ ਸਰੀਰ ਹੀ ਨਹੀਂ ਲੈਣਾ, ਜਿਹੜਾ ਮ੍ਰਿਤਕ ਦੇਹ ਅਸੀਂ ਉਹਨਾਂ ਦੀ ਲੈ ਕੇ ਨਹੀਂ ਆਣੀ ਭਾਵਨਾਵਾਂ ਦੇ ਵਿੱਚ, ਕਿਉਂਕਿ ਲੋਕਾਂ ਦੇ ਵਿੱਚ ਜੋ ਰੌਲਾ ਸੀ ਉਸ ਮੁਤਾਬਕ ਉਹਨਾਂ ਦੇ ਪਰਿਵਾਰ ਨੇ ਵੀ ਕਿਹਾ। ਪਰ ਉਹ ਵੀ ਤਾਂ ਰੋਂਦੇ ਆ ਕਿ ਸਾਡਾ ਪੁੱਤ ਤਾਂ ਇੱਕ ਲੱਕੜ ਦਾ ਵਧੀਆ ਜਿਹੜਾ ਮਿਸਤਰੀ ਸੀ, ਵਧੀਆ ਕੰਮ ਬਣਾਉਂਦਾ ਸੀ, ਜੋੜੀਆਂ ਪੱਲੇ ਬਣਾਉਂਦਾ ਸੀ, ਬੈੱਡ ਬਣਾਉਂਦਾ ਸੀ, ਉਹ ਇੱਕ ਪਿੰਡ ਦੀ ਲੜਾਈ ਤੋਂ ਇਸ ਪਾਸੇ ਵੱਲ ਹੋ ਤੁਰਿਆ। ਰੋ ਤਾਂ ਉਹ ਵੀ ਰਹੇ ਆ, ਪਰ ਹੁਣ ਉਹਦੀਆਂ ਚੰਗੀਆਂ ਗੱਲਾਂ ਨੂੰ ਤਾਂ ਕੋਈ ਵੀ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਨਹੀਂ ਨਾ ਰਿਹਾ। ਪੁਆਇੰਟ ਤਾਂ ਇਹ ਵੀ ਆ। ਇਹਦਾ ਸਭ ਤੋਂ ਵੱਡਾ ਜਿਹੜਾ ਗੈਂਗਸਟਰ ਪੈਦਾ ਕਰਨ ਦੇ ਵਿੱਚ ਮੈਂ ਜ਼ਿੰਮੇਵਾਰ ਪ੍ਰਸ਼ਾਸਨ ਨੂੰ ਵੀ ਮੰਨਦਾ। ਘਰ ਦੇ ਵਿੱਚ ਕਲੇਸ਼ ਹੋ ਜਾਂਦਾ, ਦੋ ਧੜਿਆਂ ਦੀ ਲੜਾਈ ਹੋ ਜਾਂਦੀ, ਕਹਿੰਦੇ ਪੁਲਿਸ ਨਹੀਂ ਜੀ ਸਾਡੀ ਸੁਣਵਾਈ ਕਰਦੀ। ਮੈਨੂੰ ਤਾਂ ਕਈ ਵਾਰ ਐਂ ਲੱਗਦਾ ਯਾਰ ਵੀ ਮੈਂ ਉਹਨਾਂ ਨੂੰ ਕਹਿ ਵੀ ਦਿੰਦਾ ਵੀ ਯਾਰ ਭਰਾ ਆਪਣੇ MLA ਕੋਲ ਜਾਓ, ਅਸੀਂ ਵੋਟਾਂ ਨਾ ਪਵਾਈਆਂ, ਸਾਡੀ ਮਰਜ਼ੀ ਹੈ ਯਾਰ, ਅਸੀਂ ਦਿਖਾਈਏ ਨਾ ਦਿਖਾਈਏ ਤੁਹਾਨੂੰ, ਅਸੀਂ ਤੁਹਾਡੀ ਸੁਣੀਏ ਨਾ, ਕਿਉਂਕਿ ਅਸੀਂ ਤਾਂ ਠੇਕਾ ਨਹੀਂ ਨਾ ਲਿਆ ਤੁਹਾਡੀ ਜ਼ਿੰਮੇਵਾਰੀ ਚੁੱਕਣ। ਜਿਹਨੇ ਲਿਆ ਉਹਦੇ ਕੋਲ ਕਿਉਂ ਨਹੀਂ ਜਾਂਦੇ? ਇੱਥੇ ਧਰਨੇ ਤੇ ਬੈਠੇ ਆ ਵੀਰ ਸੰਗਰੂਰ, ਤੇ ਜਦੋਂ ਲੱਖਾ ਸਿਧਾਣਾ ਉਹਨਾਂ ਦੇ ਕੋਲ ਜਾਂਦਾ ਤਾਂ ਉਹ ਇਹ ਕਹਿੰਦਾ ਵੀ ਮੇਰੇ ਘਰਦਿਆਂ ਨੇ ਕਿਹਾ ਵੀ ਹੁਣ ਖਾਲੀ ਨਾ ਮੁੜ ਕੇ ਆਈ, ਉਹ ਕਹਿੰਦਾ ਜਾਂ ਮੈਂ ਖੁਦਕੁਸ਼ੀ ਕਰੂੰਗਾ ਜਾਂ ਮੈਂ ਗੈਂਗਸਟਰ ਬਣੂੰਗਾ। ਤਾਂ ਕੀ ਹਾਲਾਤ ਨਹੀਂ ਪੈਦਾ ਹੋ ਰਹੇ ਫਿਰ? ਤਾਂ ਲੀਡਰਾਂ ਨੇ ਸਾਡੇ ਨਾਲ ਸਾਨੂੰ ਕੀ ਦਿੱਤਾ? ਤਾਂ ਲੀਡਰਾਂ ਨੇ ਜਿਸ ਉਹਦੇ ਚੋਂ ਪੜ੍ਹਾਈ ਦੀ ਹੈ ਨਾ, ਜਿਨ੍ਹਾਂ ਦੇ ਜ਼ਿੰਮੇਵਾਰੀ ਸੀਗੀ ਵੀ ਉੱਥੋਂ ਬੰਦੇ ਬਣਾ ਕੇ ਤੋਰਨੇ ਆ, ਤਾਂ ਉੱਥੋਂ ਤਾਂ ਇਹ ਮੈਂ ਫੋਰਨ ਦੇ ਵਿੱਚ ਤਾਂ ਕਦੇ ਨਹੀਂ ਸੁਣਿਆ। ਫੋਰਨ ਤੋਂ ਤਾਂ ਬੱਚੇ ਡਿਗਰੀਆਂ ਲੈ ਕੇ ਨਿਕਲਦੇ ਆ ਵਿਦੇਸ਼ ਤੋਂ, ਤੇ ਆਪਾਂ ਗੱਲਾਂ ਕਰਦੇ ਹਾਂ ਜੀ ਅਸੀਂ ਆਪਣੇ ਦੇਸ਼ ਨੂੰ ਆਏ ਬਣਾ ਦੇਣਾ, ਫੋਰਨ ਬਣਾ ਦੇਣਾ ਜੀ, ਆਹ ਕਰ ਦੇਣਾ। ਮੁੰਡੇ ਸਾਰੇ ਪੰਜਾਬ ਦੇ ਆ। ਜਦੋਂ ਕਦੀ ਅਸੀਂ ਆਡੀਓ ਸੁਣਦੇ ਆ, ਕਿਸੇ ਦੀ ਆਡੀਓ ਆ ਗਈ ਕਿਸੇ ਮਾਮਲੇ ਪ੍ਰਤੀ ਕਿ ਮੈਂ ਤਾਂ ਫਲਾਣੇ ਤੋਂ ਬਦਲਾ ਲੈਣਾ, ਸਾਡੇ ਭਰਾ ਦਾ ਬਦਲਾ ਲੈਣਾ, ਤਾਂ ਗੱਲਾਂ ਉਹਨਾਂ ਵਿੱਚ ਵੀ ਪੰਜਾਬੀਅਤ ਦੀਆਂ ਹੁੰਦੀਆਂ। ਗੱਲਾਂ ਗੁਰੂ ਸਾਹਿਬਾਨਾਂ ਦੀਆਂ ਉਹ ਕਰਦੇ ਆ, ਗੱਲਾਂ ਉਹ ਸਾਡੇ ਸ਼ਹੀਦਾਂ ਦੀਆਂ ਵੀ ਕਰਦੇ, ਸਾਰੀਆਂ ਗੱਲਾਂ ਕਰਦੇ। ਗੱਲ ਸੁਣ ਕੇ ਇੱਕ ਪਾਸੇ ਤਾਂ ਇਹ ਵੀ ਲੱਗਦਾ ਹੁੰਦਾ ਕਿ ਇਹਨਾਂ ਜਿੰਨਾ ਤਾਂ ਪੰਜਾਬ ਨੂੰ ਕੋਈ ਪਿਆਰ ਕਰਨ ਵਾਲਾ ਹੀ ਨਹੀਂ ਹੋਣਾ, ਪਰ ਉਹ ਫੇਰ ਕਿਤੇ ਨਾ ਕਿਤੇ ਆਪਣੇ ਹੀ ਪੰਜਾਬੀਆਂ ਦੇ ਆਪਣੇ ਭਰਾਵਾਂ ਦੀ ਵੈਰੀ ਬਣੇ ਹੁੰਦੇ ਆ। ਤੇ ਇਹ ਗੱਲਾਂ ਸ਼ਬਦ ਵੀ ਉਹਨਾਂ ਦੇ ਮੂੰਹ ਤੋਂ ਸੁਣਨ ਨੂੰ ਮਿਲਦੇ ਆ ਕਿ ਅਸੀਂ ਤਾਂ ਆਪਣੇ ਭਰਾ ਦਾ ਬਦਲਾ ਲੈ ਲਿਆ। ਕੀ ਇਹ ਬਦਲਾਖੋਰੀ ਜੇ ਗੁਰੂਆਂ ਦੀ ਸੋਚ ਤੇ ਪਹਿਰਾ ਦਿੱਤਾ ਹੁੰਦਾ, ਜੇ ਸ਼ਹੀਦਾਂ ਦੀ ਸੋਚ ਵਾਕਿਆ ਉਹਨਾਂ ਦੇ ਨਾਲ ਹੋਵੇ, ਤਾਂ ਕੀ ਫਿਰ ਇਹ ਬਦਲਾਖੋਰੀ ਖਤਮ ਨਾ ਹੋਵੇ? ਇਹ ਜਿਹੜਾ ਹੰਕਾਰ ਦੀ ਜੜ ਕਿੱਥੇ ਆ?
ਇਹ ਕਦੋਂ ਖਤਮ ਹੋ ਸਕਦੀ ਹੈ? ਜੇ ਸੱਚਮੁੱਚ ਗੁਰਬਾਣੀ ਨੂੰ ਪੜ੍ਹ ਕੇ ਵਿਚਾਰਿਆ ਹੁੰਦਾ ਤਾਂ ਅੱਜ ਇਹਨਾਂ ਦੇ ਕੋਲ ਆਹ ਹੰਕਾਰ ਨਹੀਂ ਸੀ ਹੋਣਾ। ਆਪਣੇ ਨਾਲ ਵੀ ਆਪਣੇ ਭਰਾ ਦੇ ਭਰਾ ਨੂੰ ਵੈਰੀ ਕਿਵੇਂ ਕੀਤਾ ਜਾਂਦਾ, ਇਹ ਤੁਸੀਂ ਲੀਡਰਾਂ ਦੀਆਂ ਭਾਸ਼ਣ ਦੇਖੇ ਨਹੀਂ ਹੈਗੇ? ਜਦੋਂ ਚੋਣਾਂ ਹੁੰਦੀਆਂ ਤੇ ਯਾਰ ਜਦੋਂ ਇਹਨਾਂ ਦੇ ਵਿਆਹ ਹੁੰਦੇ ਆ ਉਦੋਂ ਕਹਿੰਦੇ ਜੀ ਅਸੀਂ ਰਾਜਨੀਤੀ ਦੇ ਉੱਤੇ ਉੱਠ ਕੇ ਕਰਤਾ ਜੀ, ਅਸੀਂ ਤਾਂ ਰਾਜਨੀਤੀ ਦੇ ਉੱਤੇ ਉੱਠ ਕੇ ਵਿਆਹਾਂ 'ਚ ਸ਼ਾਮਲ ਹੋ ਗਏ। ਉਹ ਯਾਰ ਤੁਸੀਂ ਹੋਕਾ ਦਿਓ ਰਾਜਨੀਤੀ ਤੋਂ ਉੱਤੇ ਉੱਠ ਕੇ ਸਕੇ ਭਰਾਵਾਂ ਨੂੰ ਵੀ ਬਈ ਭਾਈ ਦੇਖੋ ਆ ਨਾ ਕਰੋ। ਸਕਾ ਭਰਾ ਸਕੇ ਭਰਾ ਦੀ ਵਿਆਹ 'ਚ ਨਹੀਂ ਜਾ ਰਿਹਾ ਤੇ ਰਾਜਨੀਤੀ ਤੋਂ ਉੱਤੇ ਉੱਠ ਕੇ ਸਮੋਸੇ ਖਾ ਰਿਹਾ ਉੱਥੇ ਵਿਆਹ। ਕੈਮਰੇ ਤਾਂ ਅੱਗੇ ਕਹਿਣਗੇ ਕਾਂਗਰਸ ਕਿਸਾਨਾਂ ਦੀ ਕਾਤਲ ਪਾਰਟੀ, ਜਦੋਂ ਇੱਕ ਦੂਜੇ ਦਾ ਆਮੋ ਸਾਹਮਣਾ ਹੋ ਜਾਂਦਾ ਹੈ। ਹਾਂ ਕੈਪਟਨ ਕਾਤਲ ਕਾਂਗਰਸ ਉਹਦਾ ਕਿਸਾਨਾਂ ਦਾ, ਨਸ਼ੇ ਦੇ ਉੱਤੇ ਮਾਮਾ ਦੇ ਪੁੱਤ ਮਰਾਉਣ ਦੇ ਵਿੱਚ ਮਜੀਠੀਆ ਨੇ ਐਂ ਕਰਤਾ ਜੀ, ਅਕਾਲੀ ਦਲ ਨੇ ਐਂ ਕਰਤਾ। ਤੇ ਜਿਹੜੇ ਲੋਕ ਕਹਿੰਦੇ ਹੁੰਦੇ ਆ ਉਹ ਆਪਣੇ ਵਿਆਹਾਂ ਦੇ ਸ਼ਗਨ ਲੈਣ ਜਾਂ ਡੱਬੇ ਦੇਣ ਕਾਰਡ ਦੇਣ ਖੁਦ ਕੈਪਟਨ ਦੇ ਦਰਬਾਰ ਤੇ ਜਾਂਦੇ, ਫਿਰ ਕਹਿੰਦੇ ਰਾਜਨੀਤੀ ਉੱਤੇ ਉੱਠ ਕੇ। ਪਰ ਮੈਂ ਇਹ ਪੁੱਛਣਾ ਚਾਹੁੰਦਾ ਇਹਨਾਂ ਲੋਕਾਂ ਨੂੰ ਵੀ ਕੀ ਕਿਸੇ ਕਾਤਲ ਨੂੰ ਰਾਜਨੀਤੀ ਤੋਂ ਉੱਤੇ ਉੱਠ ਕੇ ਵਿਆਹ 'ਚ ਬੁਲਾ ਲਓਗੇ ਤੁਸੀਂ ਆਪਣੇ ਘਰ ਤੇ ਮਰਵਾਉਂਦੇ? ਮੈਂ ਇੱਕ ਗੱਲ ਭਰਾਵਾਂ ਨੂੰ ਆਪਣੇ ਨੂੰ ਗੈਂਗਸਟਰ ਭਰਾਵਾਂ ਨੂੰ ਜ਼ਰੂਰ ਕਹਿਣੀ ਚਾਹੁੰਦਾ, ਵੀਰਿਓ ਤੁਹਾਨੂੰ ਨਹੀਂ ਪਤਾ ਲੱਗਦਾ ਪਰ ਇਹੀ ਤੁਹਾਨੂੰ ਬਣਾ ਦਿੰਦੇ ਆ। ਤੁਹਾਨੂੰ ਲੱਗਦਾ ਅਸੀਂ ਪਤਾ ਨਹੀਂ ਕਿੰਨੇ ਕੁ ਵਧੀਆ, ਜਿਵੇਂ ਇਹ ਕੁਰਸੀਆਂ ਤੇ ਬੈਠ ਕੇ ਇਹਨਾਂ ਨੂੰ ਨਹੀਂ ਨਾ ਪਤਾ ਲੱਗਦਾ ਸੱਤਾ ਦੇ ਨਸ਼ੇ 'ਚ ਵੀ ਆਪਾਂ ਲੋਕਾਂ ਦੇ ਨਾਲ ਕੀ ਕਰਨਾ ਹੈ। ਤਾਂ ਇਸੇ ਤਰ੍ਹਾਂ ਤੁਹਾਨੂੰ ਵੀ ਗੈਂਗਸਟਰ ਪਾਉਣੇ ਦੇ ਵਿੱਚ ਏਡੇ ਜ਼ਿਆਦਾ ਤੁਹਾਨੂੰ ਤੁਹਾਡੇ ਹੰਕਾਰ ਨੂੰ ਵਧਾਇਆ ਜਾਂਦਾ ਤੇ ਫਿਰ ਤੁਹਾਨੂੰ ਵੀ ਪਤਾ ਨਹੀਂ ਲੱਗਦਾ, ਪਰ ਇਹੀ ਲੋਕ ਤੁਹਾਨੂੰ ਮਾਰਦੇ ਨੇ। ਸਤਿ ਸ਼੍ਰੀ ਅਕਾਲ, ਪੰਜਾਬੀ ਲੋਕ ਚੈਨਲ ਦੇਖ ਰਹੇ ਹੋ, ਮੈਂ ਸਤਨਾਮ ਸਿੰਘ ਹਾਂ। ਬੀਤੇ ਦਿਨੀ ਭਕਨਾ ਵਿਖੇ 2 ਸ਼ੂਟਰ ਜਿਹੜੇ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਸ਼ਾਮਲ ਰਹਿੰਦੇ ਨੇ, ਪੁਲਿਸ ਮੁਤਾਬਕ ਪਹਿਲਾਂ ਉਹਨਾਂ ਨੂੰ ਵਾਰਨਿੰਗ ਦਿੱਤੀ ਜਾਂਦੀ ਹੈ ਕਿ ਤੁਸੀਂ ਪੁਲਿਸ ਦੇ ਸਾਹਮਣੇ ਸਮਰਪਣ ਕਰ ਦਿਓ ਤੇ ਬਾਅਦ ਵਿੱਚ ਉਹਨਾਂ ਦਾ ਐਨਕਾਊਂਟਰ ਹੁੰਦਾ ਹੈ। ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਇੱਕ ਅਜਿਹੀ ਸ਼ਬਦੀ ਜੰਗ ਜੀ ਛਿੜ ਜਾਂਦੀ ਹੈ, 2 ਧੜੇ ਬਣ ਜਾਂਦੇ ਨੇ। ਕੁਝ ਕਹਿੰਦੇ ਨੇ ਕਿ ਇਹਨਾਂ ਨੂੰ ਮਾਰ ਹੀ ਦੇਣਾ ਚਾਹੀਦਾ ਸੀ ਤੇ ਕੁਝ ਕਹਿੰਦੇ ਨੇ ਕਿ ਮਾਰਨਾ ਹੱਲ ਨਹੀਂ ਹੈ, ਹਰ ਇੱਕ ਨੂੰ ਮੌਕਾ ਜਿਹੜਾ ਹੈਗਾ ਉਹ ਦੇਣਾ ਚਾਹੀਦਾ। ਜ਼ਿੰਦਗੀ ਹਰ ਇੱਕ ਦੀ ਇੱਕੋ ਜਿਹੀ ਹੈ। ਜੇ ਤੁਸੀਂ ਪੰਜਾਬ ਤੋਂ ਬਾਹਰਲੇ ਸ਼ੂਟਰਾਂ ਨੂੰ ਇਸ ਤਰ੍ਹਾਂ ਫੋਰਸਾਂ ਲਗਾ ਕੇ ਰੱਖਿਆ ਹੋਇਆ ਤਾਂ ਫਿਰ ਇਹਨਾਂ ਨੂੰ ਕਿਉਂ ਮਾਰਿਆ? ਅਜਿਹੀਆਂ ਗੱਲਾਂ ਹੁੰਦੀਆਂ। ਸੋ ਗੱਲਬਾਤ ਕਰਦੇ ਹਾਂ ਇਸੇ ਵਿਸ਼ੇ ਨੂੰ ਲੈ ਕੇ ਕਿ ਕੀ ਮਾਰਨਾ ਹੱਲ ਸੀ ਜਾਂ ਨਹੀਂ ਮਾਰਨਾ ਚਾਹੀਦਾ। ਸੋ ਜਗਦੀਪ ਸਿੰਘ ਥਲੀ ਨੇ ਬਾਈ, ਕੀ ਲੱਗਦਾ ਹੈ 2 ਧੜੇ ਹੁਣ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਇਸ ਤਰ੍ਹਾਂ ਦੇ ਬਣ ਗਏ, ਜਿਹੜੇ 2 ਵਿਚਾਰ ਰੱਖਦੇ ਨੇ, 2 ਵਿਚਾਰ ਖੜੇ ਹੋ ਗਏ, ਇੱਕ ਮਾਰ ਦੇਣਾ ਚਾਹੀਦਾ ਸੀ, ਦੂਜੇ ਕਹਿੰਦੇ ਆ ਕਿ ਮਾਰਨਾ ਕੋਈ ਹੱਲ ਨਹੀਂ। ਕੀ ਸਮਝਦੇ ਹੋ? ਬਿਲਕੁਲ ਇਹਦੇ ਉੱਤੇ ਜਿਹੜਾ ਵਿਚਾਰ ਹੋਣੀ ਜ਼ਰੂਰੀ ਵੀ ਹੈ, ਪਰ ਗੱਲ ਸਮਝ 'ਚ ਇਹ ਆਉਂਦੀ ਹੈ ਵੀ ਜਦੋਂ ਇੱਕ ਬੰਦੇ ਦੀ ਮੌਤ ਹੁੰਦੀ ਹੈ ਜਾਂ ਇੱਕ ਨੂੰ ਇਸ ਤਰ੍ਹਾਂ ਮਾਰਿਆ ਜਾਂਦਾ ਹੈ ਤਾਂ ਫਿਰ ਲੋਕ ਕਹਿੰਦੇ ਆ ਵੀ ਇਹਨਾਂ ਦਾ ਵੀ ਮਾਰ ਹੀ ਦੇਣਾ ਚਾਹੀਦਾ। ਪਰ ਮੈਂ ਇਹ ਵੀ ਪੁੱਛਣਾ ਉਹਨਾਂ ਲੋਕਾਂ ਨੂੰ ਵੀ ਜੇ ਇਹਨਾਂ ਗੈਂਗਸਟਰਾਂ ਨੇ ਕੋਈ ਆਮ ਘਰ ਦੇ ਮੁੰਡੇ ਨੂੰ ਮਾਰ ਰਿਹਾ ਹੁੰਦਾ, ਜਿਵੇਂ ਪਿੱਛੇ ਪਰਮੇਸ਼ ਵਰਮਾ ਦੇ ਗੋਲੀਆਂ ਵੱਜੀਆਂ, ਚਲੋ ਹਲੇ ਉਹ ਇੰਨਾ ਫੇਮਸ ਨਹੀਂ ਸੀ ਸਿੱਧੂ ਮੂਸੇਵਾਲੇ ਦੀ ਤਰ੍ਹਾਂ, ਪਰ ਮੈਂ ਇੱਕ ਗੱਲ ਇਹ ਕਹਿੰਦਾ ਵੀ ਜੋ ਗੈਂਗਸਟਰਾਂ ਨੇ ਇਹਨਾਂ ਨੇ ਕੀਤਾ ਬਹੁਤ ਮਾੜਾ ਕੀਤਾ। ਔਰ ਸਿੱਧੂ ਮੂਸੇਵਾਲੇ ਦਾ ਕਤਲ ਹੋਣਾ ਬਹੁਤ ਹੀ ਮੰਦਭਾਗੀ ਗੱਲ ਹੈ। ਉਹ ਮਸ਼ਹੂਰ ਸੀ, ਇਸ ਕਰਕੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣ ਗਿਆ। ਪਰ ਜੇਕਰ ਇੱਕ ਕਿਸੇ ਗੈਂਗਸਟਰ ਨੇ ਕਿਸੇ ਆਮ ਬੰਦੇ ਨੂੰ ਮਾਰਿਆ ਹੁੰਦਾ ਤਾਂ ਫਿਰ ਵੀ ਲੋਕ ਇਹੀ ਕਹਿੰਦੇ ਵੀ ਨਹੀਂ ਜੀ। ਫਿਰ ਬਹੁਤ ਬਹੁਤਾਤ ਦੇ ਵਿੱਚ ਤਾਂ ਇਹ ਵੀ ਦੇਖਦੇ ਆਪਾਂ, ਕਈ ਵਾਰ ਲੋਕ ਗੈਂਗਸਟਰਾਂ ਦੇ ਹੱਕ ਦੇ ਵਿੱਚ ਭੁਗਤ ਰਹੇ ਹੁੰਦੇ ਆ। ਪਰਮੇਸ਼ ਵਰਮਾ ਦੀ ਗੋਲੀਆਂ ਵੱਜੀਆਂ ਸੀ ਤਾਂ ਦਿਲਪ੍ਰੀਤ ਬਾਬੇ ਨੂੰ ਤਾਂ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਸੀ। ਫੈਨ ਫੋਲੋਇੰਗ ਵੀ ਹੈਗੀ ਸੋਸ਼ਲ ਮੀਡੀਆ ਦੇ ਉੱਤੇ ਗੈਂਗਸਟਰ ਦੀ, ਹਾਂ ਹੈਗੀ ਆ। ਪਰ ਮੈਂ ਇਹ ਕਹਿੰਦਾ ਵੀ ਜੀ ਆਵਾਜ਼ ਜਾਂ ਤਾਂ ਸਾਰਿਆਂ ਲਈ ਇੱਕ ਰੱਖੇ ਕਰਨ ਲੋਕ। ਪਰ ਜੇ ਆਪਾਂ ਚਲੋ ਲੋਕਾਂ ਦੀ ਗੱਲ ਨਾ ਕਰਕੇ ਹੁਣ ਸਰਕਾਰਾਂ ਨੇ ਵੀ ਕਹਿ ਦਿੱਤਾ ਵੀ ਅਸੀਂ ਆਹ 2 ਮਾਰਤੇ ਤੇ ਅਸੀਂ ਬਾਕੀ ਵੀ ਮਾਰਨੇ ਆ, ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਹੋ ਗਿਆ। ਪਰ ਕੀ ਮਾਰਨਾ ਹੱਲ ਹੈ? ਜਾਂ ਤੁਸੀਂ ਕਹਿੰਦੇ ਹੋ ਵੀ ਅਸੀਂ ਮਾਰ ਹੀ ਜਾਣੇ ਆ, ਤੁਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਪੈਦਾ ਨਹੀਂ ਹੋਣ ਦੇਣੇ। ਅਸਲ ਦੇ ਵਿੱਚ ਪਹਿਲਾਂ ਜੜ ਫੜਨੀ ਪਊਗੀ ਸਰਕਾਰਾਂ ਨੂੰ। ਯਾਰ ਗੈਂਗਸਟਰ ਪੈਦਾ ਹੀ ਨਾ ਹੋਣ ਦਿਓ। ਜਦੋਂ ਪੈਦਾ ਨਹੀਂ ਹੋਣਗੇ ਤਾਂ ਇੱਕ ਤਰ੍ਹਾਂ ਦੀ, ਮੈਂ ਜਿਵੇਂ ਕਹਿੰਦਾ ਵੀ ਜਦੋਂ ਕੋਈ ਮਾੜਾ ਜਾਨਵਰ ਹੁੰਦੇ ਆ ਜਾਂ ਕੋਈ ਬਹੁਤ ਸਾਰੇ ਜਾਨਵਰ ਜਿਨ੍ਹਾਂ ਨੂੰ ਨਹੀਂ ਚਾਹੀਦਾ ਤਾਂ ਉਹਨਾਂ ਦੀ ਨਸਬੰਦੀ ਕੀਤੀ ਜਾਂਦੀ ਹੈ, ਤਾਂ ਗੈਂਗਸਟਰ ਪੁਣੇ ਦੀ ਨਸਬੰਦੀ ਨਹੀਂ ਕੀਤੀ ਜਾ ਸਕਦੀ। ਤਾਂ ਉਹਨੂੰ ਮਤਲਬ ਕਿ ਤੁਸੀਂ ਗੈਂਗਸਟਰ ਪੈਦਾ ਕਿਵੇਂ ਹੁੰਦੇ ਆ ਪਹਿਲਾਂ ਇਹ ਗੱਲ। ਜਾਂ ਤਾਂ ਗੈਂਗਸਟਰ ਸ਼ਬਦ ਹੁਣ ਆਇਆ, ਪਹਿਲੇ ਪ੍ਰਚਲਿਤ ਹੁੰਦਾ ਸੀ ਖਾੜਕੂ ਜਾਂ ਹੋਰ ਬਹੁਤ ਸਾਰੇ ਨਾਮ ਦਿੱਤੇ ਜਾਂਦੇ ਆ। ਜਿਵੇਂ ਇੱਕ ਗਾਣਾ ਹੈ ਵੀ ਕੋਈ ਜੰਮਦਾ ਖਾੜਕੂ ਨਹੀਂ ਬਣਦਾ, ਹਾਲਾਤ ਬਣਾਉਂਦੇ ਨੇ। ਤਾਂ ਫਿਰ ਮੈਂ ਕਹਿੰਦਾ ਵੀ ਗੈਂਗਸਟਰ ਵੀ ਫਿਰ ਉਹਨਾਂ ਹਾਲਾਤਾਂ 'ਚੋਂ ਹੀ ਪੈਦਾ ਹੁੰਦੇ ਨੇ। ਪਰ ਸਰਕਾਰਾਂ, ਪੁਲਿਸ ਕਹਿੰਦੀ ਸਾਨੂੰ ਕੀ ਪਤਾ ਲੱਗੇ ਕਿ ਕੌਣ ਜਿਹੜਾ ਕਿੱਥੋਂ ਪੈਦਾ ਹੋ ਰਿਹਾ। ਹੁਣ ਪੁਲਿਸ ਇਹੀ ਗੱਲ ਦਾ ਥੋੜ੍ਹਾ ਧਿਆਨ ਰੱਖੂਗੀ ਵੀ ਹਰੇਕ ਬੰਦੇ ਨੂੰ ਜਾ ਕੇ ਦੇਖੀ ਜਾਓ ਕਿ ਕੌਣ ਗੈਂਗਸਟਰ ਦੇ ਰਾਹ ਤੇ ਤੁਰ ਰਿਹਾ। ਫਿਰ ਸਰਕਾਰਾਂ ਦੀ ਇਹੀ ਤਾਂ ਨਾਕਾਮੀ ਆ ਨਾ
ਜੇ ਤੁਹਾਨੂੰ ਨਹੀਂ ਪਤਾ ਲੱਗਦਾ ਜਾਂ ਤੁਹਾਡਾ ਫਿਰ ਤੰਤਰ ਤੁਹਾਡਾ ਫੇਲ ਹੈ, ਤੁਹਾਡੀ ਇੰਟੈਲੀਜੈਂਸੀ ਫੇਲ ਹੈ, ਤੁਹਾਡਾ ਪੁਲਿਸ ਤੰਤਰ ਜਾਂ ਤੁਸੀਂ ਸਾਰੇ ਫੇਲ ਹੈ। ਹੁਣ ਭਗਵੰਤ ਮਾਨ ਸਾਹਿਬ ਇਹ ਕਹਿ ਰਹੇ ਆ ਵੀ ਜਿਹੜੇ ਪਿਛਲੇ ਕਾਂਗਰਸ ਜਾਂ ਅਕਾਲੀਆਂ ਦੇ ਪੈਦਾ ਕੀਤੇ ਹੋਏ, ਅਕਾਲੀਆਂ ਨੇ ਪੈਦਾ ਕੀਤੇ, ਕਾਂਗਰਸ ਨੇ ਬੜਾਵਾ ਦਿੱਤਾ, ਅਸੀਂ ਛੱਡਣੇ ਨਹੀਂ ਹੈਗੇ। ਪਰ ਮੈਂ ਤਾਂ ਇਹ ਵੀ ਕਹਾਂਗਾ ਨਾ ਵੀ ਗੈਂਗਸਟਰ ਤੁਹਾਡੇ ਜਦੋਂ ਪਾਰਟੀ ਨੂੰ ਕੋਈ ਬਹੁਤ ਸਹਿਯੋਗ ਦਿੰਦਾ, ਨਾਲ ਚੱਲਦਾ, ਉਹ ਕਹਿੰਦਾ ਵੀ ਸਰਕਾਰ ਬਣ ਲੈਣ ਦੇ, ਤੂੰ ਜੋ ਮਰਜ਼ੀ ਕਰੀਏ। ਜਦੋਂ ਇਹ ਲੀਡਰ ਇੰਨੇ ਹੀ ਸ਼ਬਦ ਕਹਿ ਦਿੰਦੇ ਨਾ, ਬੰਦਾ ਕਹਿੰਦਾ ਵੀ ਮੈਂ ਤਾਂ ਯਾਰ ਹੁਣ ਜੋ ਮਰਜ਼ੀ ਧੱਕਾ ਕਰਾਂ। ਹੁਣ ਚਾਹੇ ਕਾਂਗਰਸ ਵੇਲੇ ਸੀਗੇ ਤਾਂ ਜਿਨ੍ਹਾਂ ਨੇ ਕਾਂਗਰਸ ਦਾ ਸਾਥ ਦਿੱਤਾ, ਜਦੋਂ ਸਰਕਾਰ ਆ ਗਈ 2017 ਦੇ ਵਿੱਚ, ਫਿਰ ਉਹਨਾਂ ਨੇ ਗੁੰਡੇ ਕੰਮ ਕੀਤੇ ਆ, ਗੁੰਡਿਆਂ ਵਾਲੇ। ਤੇ ਇਸੇ ਤਰ੍ਹਾਂ ਇਹਦੇ ਵਿੱਚ ਵੀ ਹੁਣ ਜੇ ਜਦ ਲਲਕਾਰੇ ਮਾਰਦੇ ਆ, ਆਮ ਆਦਮੀ ਪਾਰਟੀ ਜਿੱਤ ਗਈ, ਤਾਂ ਹੁਣ ਜਿਹੜੇ ਉਹਨਾਂ ਨੂੰ ਲੱਗਦਾ ਵੀ ਸਾਡੀ ਸਰਕਾਰ ਹੈ, ਇੱਥੇ ਕਿਹੜਾ ਮੈਂ ਪਰ ਇਹ ਕਹਾਂਗਾ, ਚਾਹੇ ਸਮਰਥਕ ਹੈ ਕੋਈ, ਚਾਹੇ ਆ ਕੋਈ ਵਿਰੋਧੀ, ਜਦੋਂ ਅਜਿਹਾ ਲਲਕਾਰਾ ਫੇਸਬੁੱਕ ਦੇ ਉੱਤੇ ਵੱਜਦਾ ਵੀ ਤੁਹਾਨੂੰ ਦੇਖ ਲਾਂਗੇ, ਆ ਦੇਖ ਲਓ ਜੀ ਕਿਸ ਤਰ੍ਹਾਂ ਭੌਂਕੀ ਜਾਂਦੇ, ਆਹ ਕਰਦੇ ਆ, ਉਹ ਕਰਦੇ ਆ, ਸ਼ਬਦਾਵਲੀ ਇਹੋ ਜੀ ਵਰਤਦੇ ਜਦੋਂ ਤੁਹਾਡੇ ਸਮਰਥਕ, ਤਾਂ ਉਹਨਾਂ ਨੂੰ ਫੜ ਕੇ ਉਹਨਾਂ ਦੇ ਉੱਤੇ ਕੇਸ ਕਿਉਂ ਨਹੀਂ ਹੁੰਦਾ? ਇਹਦਾ ਮਤਲਬ ਜਦੋਂ ਇੱਕ ਬੰਦਾ ਦੂਜੇ ਦੇ ਖਿਲਾਫ ਬੋਲੂਗਾ ਤਾਂ ਹਾਲਾਤਾਂ ਦਾ ਮਾਰਿਆ ਜਾਂ ਤਾਂ ਦੂਜਾ ਬੰਦਾ ਗੈਂਗਸਟਰ ਬਣ ਜਾਊਗਾ, ਜੋ ਚੁੱਪ ਰਿਹਾ ਤਾਂ ਇਹਦਾ ਮਤਲਬ ਜਿਹੜਾ ਪੋਸਟਾਂ ਲਗਾਤਾਰ ਹਰੇਕ ਲਈ ਪਾਈ ਜਾਂਦਾ, ਉਹਦਾ ਹੋਰ ਹੌਸਲਾ ਖੁੱਲੀ ਜਾਣਾ, ਫਿਰ ਉਹ ਗੈਂਗਸਟਰ ਪੁਣੇ ਦੇ ਵਿੱਚ ਆ ਜਾਊਗਾ। ਫਿਰ ਕੱਲ ਨੂੰ ਜਦ ਦੂਜੀਆਂ ਸਰਕਾਰਾਂ ਬਦਲਣਗੀਆਂ, ਫਿਰ ਉਹ ਇਹਨਾਂ ਨੂੰ ਮਾਰਨਗੀਆਂ। ਪੁੱਤ ਕਿਹਦੇ ਮਰ ਰਹੇ ਆ? ਉਹ ਤਾਂ ਆਮ ਲੋਕਾਂ ਦੇ, ਮਾਵਾਂ ਦੇ ਮਰ ਰਹੇ ਆ। ਪਰ ਮੈਂ ਤਾਂ ਇਹ ਵੀ ਕਹਾਂਗਾ ਵੀ ਯਾਰ ਜਦੋਂ ਤੁਹਾਨੂੰ ਅਸੀਂ ਜਦੋਂ ਮੂਸੇਵਾਲਾ ਦਾ ਕਤਲ ਹੋਇਆ ਸੀ, ਉਦੋਂ ਇੱਕ ਗੱਲ ਭਰਾਵਾਂ ਨੂੰ ਕਹੀ ਸੀ ਵੀ ਦੇਖੋ ਭਰਾਵੋ, ਤੁਸੀਂ ਸਾਡੇ ਭਰਾ ਹੋ, ਅਸੀਂ ਬਹੁਤ ਗੈਂਗਸਟਰਾਂ ਦੇ ਵੀ ਸਾਨੂੰ ਫੋਨ ਆ ਜਾਂਦੇ ਜੇਲ੍ਹ ਚੋਂ, ਤੇ ਉਹ ਵੀ ਕਹਿੰਦੇ ਆ ਵੀ ਇਹ ਦੁਨੀਆ ਬਾਰੇ ਅਸੀਂ ਦੱਸਣਾ ਚਾਹੁੰਦੇ ਆ ਵੀ ਬਾਈ ਇਹ ਗੱਲਾਂ ਗਲਤ ਨੇ। ਮੈਂ ਉਦੋਂ ਵੀ ਜ਼ਿਕਰ ਕੀਤਾ ਸੀ ਵੀ ਇੱਕ ਦੋ ਬੰਦਿਆਂ ਦਾ ਫੋਨ ਜਿਹੜਾ ਸਾਨੂੰ ਆਇਆ, ਤੇ ਪਰ ਗੱਲ ਇਹ ਹੈ ਵੀ ਜਦੋਂ ਅਜਿਹੇ ਗੈਂਗਸਟਰ ਬਣਦੇ ਆ ਤਾਂ ਇਹਨਾਂ ਭਰਾਵਾਂ ਨੂੰ ਵੀ ਨਹੀਂ ਪਤਾ ਲੱਗਦਾ ਵੀ ਅਸੀਂ ਕਿਹੜੀ ਲਾਈਨ ਤੇ ਤੁਰ ਪਏ ਆ। ਕਿਉਂਕਿ ਜਦ ਪਿੱਛੋਂ ਲੀਡਰ ਨੇ ਇਹ ਕਹਿ ਦੇਣਾ ਨਾ ਕਿਸੇ ਨੇ ਵੀ ਕੋਈ ਨਾ ਫਿਕਰ ਨਾ ਕਰ, ਤੂੰ ਜਾ ਕੇ ਬੂਥ ਕੈਪਚਰਿੰਗ ਕਰ, ਇਹ ਬੂਥਾਂ ਦੀ ਕੈਪਚਰਿੰਗ ਤੋਂ ਸ਼ੁਰੂ ਹੋ ਕੇ ਨਾ ਕੰਮ ਅੱਗੇ ਤੱਕ ਜਾਂਦਾ ਹੈ। ਸੋ ਕਿਤੇ ਨਾ ਕਿਤੇ ਅਸੀਂ ਜ਼ਰੂਰ, ਤੁਸੀਂ ਚਾਹੇ ਇਹ ਕਹਿ ਦਿਓ ਵੀ ਅਸੀਂ ਸਾਡੀ ਸਰਕਾਰ ਨਹੀਂ ਪੈਦਾ ਕਰਦੀ, ਪਰ ਮੈਂ ਉਹਨਾਂ ਲੀਡਰਾਂ ਨੂੰ ਵੀ ਕਹੂੰਗਾ ਫਿਰ ਤੁਹਾਨੂੰ ਵੀ ਨਹੀਂ ਪਤਾ ਲੱਗਦਾ ਵੀ ਤੁਸੀਂ ਗੈਂਗਸਟਰ ਪੈਦਾ ਕਿਵੇਂ ਕਰ ਦਿੰਦੇ ਹੋ। ਪਰ ਇਹੀ ਹੈ ਵੀ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਅਜਿਹੀਆਂ ਪੋਸਟਾਂ ਪਾਉਣ ਲੱਗ ਜਾਣਾ, ਦੂਜੇ ਬਾਰੇ ਭੱਦੀ ਸ਼ਬਦਾਵਲੀ, ਤੇ ਫਿਰ ਦੂਜਾ ਵੀ ਆਉਂਦਾ, ਤਾਂ ਇਹਨਾਂ ਹਾਲਾਤਾਂ 'ਚੋਂ ਗੈਂਗਸਟਰ ਪੈਦਾ ਹੁੰਦੇ ਆ। ਜਦੋਂ ਦੇਖੋ ਪੰਜਾਬ ਦਾ ਜਿਹੜਾ ਮਾਹੌਲ ਆ, ਪੰਜਾਬ ਦੇ ਲੋਕ ਜਿਹੜੇ ਹੈਗੇ ਆ, ਉਹ ਅਣਖੀ ਕਿਸਮ ਦੇ ਲੋਕ ਆ, ਛੇਤੀ ਸੁਭਾਅ 'ਚ ਗਰਮੀ ਹੈ, ਛੇਤੀ ਲੜ ਪੈਂਦੇ, ਵੱਟਾਂ ਪਿੱਛੇ ਵੀ ਰੌਲੇ ਹੁੰਦੇ, ਪਿੰਡਾਂ 'ਚ ਕੰਧਾਂ ਪਿੱਛੇ ਵੀ ਰੌਲੇ ਹੁੰਦੇ ਆ, ਲੋਕ ਲੜ ਪੈਂਦੇ, ਛੇਤੀ ਮਸਲੇ ਥਾਣਿਆਂ ਜਾਂਦੇ। ਗੈਂਗਸਟਰ ਸ਼ਬਦ ਜਿਹੜਾ ਹੈਗਾ ਥੋੜੇ ਚਿਰ 'ਚੋਂ ਹੀ ਪ੍ਰਚਲਿਤ ਹੋ ਗਿਆ। ਇਹਦੇ ਅੰਤਰਗਤ ਰੱਖੋਗੇ ਕਿਹਨੂੰ? ਜਿਹੜਾ ਪਿੰਡ 'ਚ ਦੋ ਬੰਦੇ ਲੜ ਪਏ ਉਹ ਵੀ ਗੈਂਗਸਟਰ ਆ, ਜਾਂ ਫਿਰ ਗੈਂਗਸਟਰ ਦਾ ਕੋਈ ਪੈਰਾਮੀਟਰ ਵੀ ਜਿਹੜਾ ਰੱਖਿਆ ਗਿਆ ਕਿ ਇਹ ਲੈਵਲ ਤੇ ਜਦੋਂ ਪਹੁੰਚ ਗਿਆ ਬੰਦਾ ਉਹ ਗੈਂਗਸਟਰ ਆ? ਔਰ ਜਿਵੇਂ ਮੈਂ ਪਹਿਲਾਂ ਕਿਹਾ ਵੀ ਜਦੋਂ ਤੱਕ ਕਿਸੇ ਆਮ ਬੰਦੇ ਨੂੰ, ਜਦੋਂ ਤੱਕ ਉਹ ਕਿਸੇ ਆਮ ਨੂੰ ਮਾਰੀ ਗਿਆ, ਜਦੋਂ ਤੱਕ ਉਹ ਮੀਡੀਆ 'ਚ ਪ੍ਰਚਲਿਤ ਨਾ ਹੋਇਆ, ਛੋਟੇ ਛੋਟੇ ਬੰਦਿਆਂ ਨੂੰ ਮਾਰਨ ਤੋਂ ਬਾਅਦ, ਜਾਂ ਤਾਂ ਕਿਸੇ ਪ੍ਰਚਲਿਤ ਚਿਹਰੇ ਨੂੰ ਜਦੋਂ ਉਹਨੇ ਮਾਰ ਦਿੱਤਾ ਜਾਂ ਜ਼ਖਮੀ ਕਰ ਦਿੱਤਾ, ਫਿਰ ਮੀਡੀਆ ਦੀ ਖਬਰਾਂ 'ਚ ਆ ਗਿਆ, ਫਿਰ ਉਹ ਗੈਂਗਸਟਰ ਬਣ ਜਾਂਦਾ। ਆਮ ਬੰਦਾ ਜਦੋਂ ਤੱਕ ਪਿੰਡਾਂ ਦੀਆਂ ਗਲੀਆਂ 'ਚ ਕਿਸੇ ਦਾ ਸਿਰ ਪਾੜੀ ਜਾਵੇ ਜਾਂ ਕੁਛ ਕਰੀ ਜਾਵੇ, ਉਦੋਂ ਤੱਕ ਲੋਕਾਂ ਨੂੰ ਵੀ ਨਹੀਂ ਪਤਾ ਹੁੰਦਾ। ਇਹ ਤਾਂ ਮੀਡੀਆ ਦਾ ਦਿੱਤਾ ਹੋਇਆ ਨਾਮ ਹੈ ਇੱਕ ਤਰ੍ਹਾਂ ਨਾਲ ਗੁੰਡਾਗਰਦੀ ਨੂੰ, ਵੀ ਹਾਂਜੀ ਗੈਂਗਸਟਰ ਸ਼ਬਦ। ਇਹ ਗੈਂਗਸਟਰ ਸ਼ਬਦ ਜਦੋਂ ਕੋਈ ਬੰਦਾ ਯਾਰ ਮਸ਼ਹੂਰ ਮਰਦਾ ਉਦੋਂ ਹੀ ਕਿਉਂ ਪੈਦਾ ਹੁੰਦਾ? ਫਿਰ ਜਦੋਂ ਕਿਸੇ ਦਾ ਕੋਈ ਘਰ ਦੇ ਵਿੱਚ ਪੈਦਾ ਹੋ ਜਾਂਦਾ ਤਾਂ ਉਦੋਂ ਹੀ ਉਹਨੂੰ ਕਿਉਂ ਨਹੀਂ ਰੋਕਿਆ ਜਾਂਦਾ ਗੈਂਗਸਟਰ? ਜਦੋਂ ਕੋਈ ਦੋ ਚਪੇੜਾਂ ਕਿਸੇ ਤੇ ਰਾਹ ਜਾਂਦੇ ਮਾਰਦਾ, ਅੱਗੇ ਉਹ ਵੀ ਮਾਰਦਾ, ਉਹਨਾਂ ਵਾਸਤੇ ਤਾਂ ਗੈਂਗਸਟਰ ਵਰਤਿਆ ਨਹੀਂ ਜਾਂਦਾ ਸ਼ਬਦ। ਹਾਂ, ਉਹ ਕਿਉਂਕਿ ਉਹ ਮੀਡੀਆ 'ਚ ਨਹੀਂ ਨਾ ਆਉਂਦੇ, ਉਹ ਪ੍ਰਚਲਿਤ, ਉਹ ਲੋਕਾਂ 'ਚ ਫੇਮਸ ਨਹੀਂ ਹੁੰਦੇ ਚਿਹਰੇ। ਤਾਂ ਮੈਂ ਤਾਂ ਇਹ ਵੀ ਕਹਿੰਦਾ ਵੀ ਜੇ ਰੱਬ ਕਰੇ ਚਲੋ ਬਚ ਜਾਂਦਾ ਵੀਰ ਸਿੱਧੂ ਮੂਸੇਵਾਲਾ, ਜੇ ਬਚ ਜਾਂਦਾ ਨਾ, ਲੋਕਾਂ ਨੇ ਉਹਨੂੰ ਵੀ ਕਹਿਣ ਲੱਗ ਜਾਣਾ ਵੀ ਇਹਦੇ ਗੈਂਗਸਟਰ ਨਾਲ ਲਿੰਕ ਸੀਗੇ, ਇਸ ਕਰਕੇ ਉਹਨਾਂ ਨੇ ਮਾਰਿਆ। ਤੇ ਜਿਉਂਦੇ ਨੂੰ ਤਾਂ ਬਾਈ ਇੱਥੇ ਅੱਜ ਮਰੇ ਤੋਂ ਕਰ ਰਹੇ ਆ ਲੋਕ ਤਰਸ, ਪਰ ਜੇ ਜਿਉਂਦਾ ਹੁੰਦਾ ਇਹਨਾਂ ਨੇ ਜਿਉਂਦੇ ਜੀ ਮਾਰ ਦੇਣਾ ਸੀ ਉਹਨੂੰ, ਲਾਹਣਤਾਂ ਪਾ ਕੇ ਵੀ ਇਹਦੇ ਤਾਂ ਗੈਂਗਸਟਰਾਂ ਨਾਲ ਸੰਬੰਧ ਹੈ। ਚੰਗਾ ਹੁੰਦਾ ਜੇ ਉਦੋਂ ਫੜਕਾ ਦਿੰਦੇ, ਇਹ ਕਰ ਦਿੰਦੇ। ਕਿਉਂਕਿ ਪਰਮੇਸ਼ ਵਰਮਾ ਦੀ ਵਾਰ ਨੂੰ ਵੀ ਅਸੀਂ ਦੇਖਿਆ ਹੀ ਹੈ, ਦਿਲਪ੍ਰੀਤ ਦੇ ਪੱਖ ਦੇ ਵਿੱਚ ਜ਼ਿਆਦਾ ਆ ਰਹੇ ਸੀਗੇ। ਪਰਮੇਸ਼ ਵਰਮਾ ਨੂੰ ਉਹ ਕਹਿ ਰਹੇ ਸੀਗੇ ਵੀ ਹੁਣ ਖੜਦਾ ਉੱਥੇ, ਐਂ ਖੜਦਾ, ਕਿ ਜੇ ਪਰਮੇਸ਼ ਵਰਮਾ ਨਾਲ ਕੋਈ ਉਨੀਕੀ ਹੋ ਜਾਂਦੀ, ਰੱਬ ਨਾ ਕਰੇ ਉਹੀ ਜੀ ਘਟਨਾ ਵਾਪਰ ਜਾਂਦੀ, ਤਾਂ ਫਿਰ ਇਹਨਾਂ ਨੇ ਉਹਨੂੰ ਹੀਰੋ ਬਣਾਉਣਾ ਸੀਗਾ। ਤੁਸੀਂ ਇਹ ਕਹਿਣਾ ਚਾਹੁੰਦੇ ਵੀ ਲੋਕਾਂ ਦਾ ਵੀ ਇੱਕ ਵਹਿਣ ਆ, ਜਿੱਧਰ ਨੂੰ ਵਹਿ ਤੁਰੇ, ਕੁਝ ਨਹੀਂ ਪਤਾ ਕਿਹੜਾ ਚੰਗਾ ਪਾਸਾ ਕਿਹੜਾ ਗਲਤ ਹੈ? ਸਾਡੇ ਲੋਕਾਂ ਦੇ ਜਿਹੜੇ ਦਿਲ ਹੈ ਉਹ ਇਮੋਸ਼ਨਲ ਆ। ਅਸੀਂ ਸਾਰੇ ਇਮੋਸ਼ਨਲ ਲੋਕ ਹਾਂ, ਜਜ਼ਬਾਤੀ ਲੋਕ ਹਾਂ। ਜਦੋਂ ਕਿਸੇ ਦੀ ਇਸ ਤਰ੍ਹਾਂ ਮੌਤ ਹੋ ਜਾਂਦੀ ਹੈ ਤਾਂ ਅਸੀਂ ਉਹਦੇ ਵੱਲ ਨੂੰ ਤੁਰ ਪੈਂਦੇ ਆ, ਉਹਦੀਆਂ ਗਲਤੀਆਂ ਨੂੰ ਵੀ ਅਸੀਂ ਹਾਲਾਂਕਿ ਉਹ ਕਰਦੇ, ਚਲੋ ਠੀਕ ਹੈ ਕੋਈ ਜਾਂਦਾ ਹੈ, ਉਹਦੀਆਂ ਗਲਤੀਆਂ ਨੂੰ ਤਾਂ ਦੱਬਣਾ ਹੀ ਚਾਹੀਦਾ। ਪਰ ਜੇਕਰ ਕੋਈ ਬਹੁਤ ਜ਼ਿਆਦਾ ਗਲਤ ਸੀ ਤਾਂ ਉਹਨੂੰ ਗਲਤ ਕਹਿ ਕੇ
ਤਾਂ ਲੋਕਾਂ ਨੂੰ ਤਾਂ ਅਵੇਅਰ ਕੀਤਾ ਜਾ ਸਕਦਾ ਨਾ। ਤੁਸੀਂ ਉਹਦੀ ਗਲਤੀ ਨੂੰ ਵੀ ਦੱਬੀ ਜਾਂਦੇ ਹੋ, ਜਿਹੜਾ ਜੀ ਜਾਂਦਾ ਇੱਥੋਂ ਤੇ ਉਹਦੀ ਗਲਤੀ ਨੂੰ ਦੱਬ ਕੇ ਵੀ ਉਹਨੂੰ ਚੰਗਾ ਗਣਾਈ ਜਾਣਾ, ਫਿਰ ਦੂਜੇ ਲੋਕਾਂ ਨੇ ਤਾਂ ਉਹਦੇ ਨਕਸ਼ੇ ਕਦਮਾਂ ਤੇ ਤੁਰਨਾ। ਕਿ ਅੱਜ ਅਸੀਂ ਔਰੰਗਜ਼ੇਬ ਨੂੰ ਚੰਗਾ ਕਹਿੰਦੇ ਆ? ਮਰ ਤਾਂ ਉਹ ਵੀ ਲਿਆ, ਮਰ ਤਾਂ ਬਹੁਤ ਸਾਰੇ ਜਿਹੜੇ ਹੈਗੇ ਆ, ਬਾਬਰ ਵੀ ਮਰ ਲਿਆ। ਬਹੁਤ ਚੀਜ਼ਾਂ ਜਿਹੜੀਆਂ ਆਪਾਂ ਦੇਖਦੇ ਹਾਂ ਆਪਣੇ ਇਤਿਹਾਸ ਤੋਂ, ਜੇ ਆਪਾਂ ਦੇਖੀਏ ਤਾਂ ਉਹ ਲੋਕ ਮਰ ਗਏ। ਤਾਂ ਅੱਜ ਅਸੀਂ ਇਹ ਕਹਿੰਦੇ ਆ ਵੀ ਦੇਖੋ ਜੀ, ਉਹਨਾਂ ਨੇ ਆਹ ਕੰਮ ਕੀਤੇ ਸੀ, ਅੱਜ ਉੱਥੇ ਉਹਨਾਂ ਦੀ ਸਮਾਧੀ ਤੇ ਕੋਈ ਤੇਲ ਚੜਾਉਣ ਵੀ ਨਹੀਂ ਜਾਂਦਾ। ਤੇ ਜੇ ਕਿਸੇ ਬੰਦੇ ਦੀ ਅੱਜ ਮੌਤ ਹੋ ਜਾਂਦੀ ਹੈ ਤਾਂ ਉਹਦੇ ਵਿੱਚੋਂ ਜੇ ਕੁਝ ਗੱਲਾਂ ਗਲਤ ਸੀਗੀਆਂ ਤਾਂ ਆਪਾਂ ਕਿਉਂ ਨਹੀਂ ਕਹਿੰਦੇ ਵੀ ਬਾਈ ਵੀਰੋ ਦੇਖੋ ਉਹ ਵੀਰ ਸਾਡੇ ਚੋਂ ਚਲਾ ਗਿਆ, ਪਰ ਉਹਦੀਆਂ ਆਹ ਚੀਜ਼ਾਂ ਨਹੀਂ ਠੀਕ ਸੀ, ਆਹ ਇੱਥੇ ਹੰਕਾਰੀ ਸੀ, ਇੱਥੇ ਸ਼ਬਦ ਜਿਹੜੇ ਸੀਗੇ ਉਹ ਪ੍ਰੇਰਿਤ ਕਰਦੇ ਸੀ ਨੌਜਵਾਨਾਂ ਨੂੰ। ਇਸ ਕਰਕੇ ਕਿਉਂ ਨਹੀਂ ਕਹਿੰਦੇ ਯਾਰ? ਪਰ ਜਿਹੜੇ ਮੁੰਡੇ ਹੁਣ 2 ਮਾਰੇ ਗਏ ਉਹਨਾਂ ਦੇ ਤਾਂ ਪਰਿਵਾਰ ਵੀ ਤਾਂ ਕਹਿ ਰਹੇ, ਹਾਲਾਂਕਿ ਉਹਨਾਂ ਨੇ ਪਹਿਲਾਂ ਇਹ ਵੀ ਕਿਹਾ ਕਿ ਸਾਡੇ ਪੁੱਤ ਨੇ ਜੇ ਗਲਤ ਕੀਤਾ ਤਾਂ ਉਹਦੇ ਨਾਲ ਗਲਤ ਹੋਣਾ ਚਾਹੀਦਾ, ਅਸੀਂ ਉਹਦਾ ਸਰੀਰ ਹੀ ਨਹੀਂ ਲੈਣਾ, ਜਿਹੜਾ ਮ੍ਰਿਤਕ ਦੇਹ ਅਸੀਂ ਉਹਨਾਂ ਦੀ ਲੈ ਕੇ ਨਹੀਂ ਆਣੀ ਭਾਵਨਾਵਾਂ ਦੇ ਵਿੱਚ, ਕਿਉਂਕਿ ਲੋਕਾਂ ਦੇ ਵਿੱਚ ਜੋ ਰੌਲਾ ਸੀ ਉਸ ਮੁਤਾਬਕ ਉਹਨਾਂ ਦੇ ਪਰਿਵਾਰ ਨੇ ਵੀ ਕਿਹਾ। ਪਰ ਉਹ ਵੀ ਤਾਂ ਰੋਂਦੇ ਆ ਕਿ ਸਾਡਾ ਪੁੱਤ ਤਾਂ ਇੱਕ ਲੱਕੜ ਦਾ ਵਧੀਆ ਜਿਹੜਾ ਮਿਸਤਰੀ ਸੀ, ਵਧੀਆ ਕੰਮ ਬਣਾਉਂਦਾ ਸੀ, ਜੋੜੀਆਂ ਪੱਲੇ ਬਣਾਉਂਦਾ ਸੀ, ਬੈੱਡ ਬਣਾਉਂਦਾ ਸੀ, ਉਹ ਇੱਕ ਪਿੰਡ ਦੀ ਲੜਾਈ ਤੋਂ ਇਸ ਪਾਸੇ ਵੱਲ ਹੋ ਤੁਰਿਆ। ਰੋ ਤਾਂ ਉਹ ਵੀ ਰਹੇ ਆ, ਪਰ ਹੁਣ ਉਹਦੀਆਂ ਚੰਗੀਆਂ ਗੱਲਾਂ ਨੂੰ ਤਾਂ ਕੋਈ ਵੀ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਨਹੀਂ ਨਾ ਰਿਹਾ। ਪੁਆਇੰਟ ਤਾਂ ਇਹ ਵੀ ਆ। ਉਹ ਚੰਗੀਆਂ ਗੱਲਾਂ ਨੂੰ ਉਹਦੀਆਂ ਚੰਗੀਆਂ ਗੱਲਾਂ ਬਾਈ ਆਏ ਆ ਵੀ ਉਹਦੀਆਂ ਚੰਗੀਆਂ ਗੱਲਾਂ ਨੂੰ ਉਹਦੇ ਪਿੰਡ ਤੱਕ ਅਜੇ ਇੰਨਾ ਨਹੀਂ ਸੀ ਵੀ ਲੋਕਾਂ ਨੂੰ ਉਹਦੇ ਬਾਰੇ ਪਤਾ ਲੱਗ ਗਿਆ ਸੀਗਾ। ਚੰਗਿਆਈ ਉਹਦੀ ਦੁਨੀਆ ਭਰ ਤੱਕ ਨਹੀਂ ਸੀ ਫੈਲੀ। ਨਹੀਂ, ਹਾਂ, ਉਹਦੀ ਚੰਗਿਆਈ ਸਿਰਫ ਲੋਕਾਂ ਨੂੰ ਪਤਾ ਸੀ, ਉਹਦੇ ਪਿੰਡ ਦਿਆਂ ਨੂੰ, ਜਿਹੜੇ ਉਹ ਕਹਿ ਰਹੇ ਆ ਵੀ ਉਹ ਮੁੰਡਾ ਚੰਗਾ ਸੀ, ਫਿਰ ਵੀ ਉਹ ਚੰਗੀਆਂ ਗੱਲਾਂ ਬਾਰੇ ਦੱਸ ਹੀ ਰਹੇ ਆ। ਦੂਜੇ ਲੋਕ ਜਿਹੜੇ ਹੈਗੇ ਆ ਵੀ ਇਹਨਾਂ ਮੂਸੇ ਵਾਲਿਆਂ ਨੂੰ ਮਾਰਿਆ ਹਨਾ, ਤੇ ਇਹਨਾਂ ਦਾ ਆਹੀ ਹਾਲ ਹੋਣਾ ਚਾਹੀਦਾ। ਪਰ ਮੈਂ ਤਾਂ ਇਹ ਕਹਿੰਦਾ ਵੀ ਠੀਕ ਹੈ, ਚਲੋ ਆਪਾਂ ਇਹ ਵੀ ਇੱਕ ਪਾਸੇ ਮੰਨ ਲੈਂਦੇ ਵੀ ਇਹ ਗੈਂਗਸਟਰਵਾਦ ਖਤਮ ਹੋਣਾ ਚਾਹੀਦਾ। ਪਰ ਖਤਮ ਕਰਨਾ ਕੀ, ਪੈਦਾ ਹੋਈ ਜਾਣਗੇ, ਮਾਰੀ ਜਾਵਾਂਗੇ, ਇਹ ਆ ਹੱਲ? ਜਾਂ ਪੈਦਾ ਨਾ ਹੋਣ ਦਿੱਤੇ ਜਾਣ। ਮੇਨ ਤਾਂ ਗੱਲ ਇਹ ਹੈ ਨਾ ਵੀ ਤੁਸੀਂ ਪੈਦਾ ਹੀ ਕਿਉਂ ਹੋਣ ਦੇ ਰਹੇ ਹੋ? ਕੋਈ ਘਰ ਦੇ ਵਿੱਚ ਇਹਦਾ ਸਭ ਤੋਂ ਵੱਡਾ ਜਿਹੜਾ ਗੈਂਗਸਟਰ ਪੈਦਾ ਕਰਨ ਦੇ ਵਿੱਚ ਮੈਂ ਜ਼ਿੰਮੇਵਾਰ ਪ੍ਰਸ਼ਾਸਨ ਨੂੰ ਵੀ ਮੰਨਦਾ। ਘਰ ਦੇ ਵਿੱਚ ਕਲੇਸ਼ ਹੋ ਜਾਂਦਾ, 2 ਧੜਿਆਂ ਦੀ ਲੜਾਈ ਹੋ ਜਾਂਦੀ, ਕਹਿੰਦੇ ਪੁਲਿਸ ਨਹੀਂ ਜੀ ਸਾਡੀ ਸੁਣਵਾਈ ਕਰਦੀ। ਮੈਨੂੰ ਤਾਂ ਕਈ ਵਾਰ ਐਂ ਲੱਗਦਾ ਯਾਰ ਵੀ ਮੈਂ ਉਹਨਾਂ ਨੂੰ ਕਹਿ ਵੀ ਦਿੰਦਾ ਵੀ ਯਾਰ ਭਰਾ ਆਪਣੇ ਐਮਐਲਏ ਕੋਲ ਜਾਓ, ਅਸੀਂ ਵੋਟਾਂ ਨਾ ਪਵਾਈਆਂ, ਸਾਡੀ ਮਰਜ਼ੀ ਹੈ ਯਾਰ, ਅਸੀਂ ਦਿਖਾਈਏ ਨਾ ਦਿਖਾਈਏ ਤੁਹਾਨੂੰ, ਅਸੀਂ ਤੁਹਾਡੀ ਸੁਣੀਏ ਨਾ, ਕਿਉਂਕਿ ਅਸੀਂ ਤਾਂ ਠੇਕਾ ਨਹੀਂ ਨਾ ਲਿਆ ਤੁਹਾਡੀ ਜ਼ਿੰਮੇਵਾਰੀ ਚੁੱਕਣ ਦਾ। ਜਿਹਨੇ ਲਿਆ ਉਹਦੇ ਕੋਲ ਕਿਉਂ ਨਹੀਂ ਜਾਂਦੇ? ਅਗਲੇ ਫਿਰ ਕਹਿੰਦੇ ਯਾਰ ਅਸੀਂ ਤਾਂ ਉਹਨਾਂ ਕੋਲ 10 ਵਾਰ ਗੇੜੇ ਮਾਰ ਲਏ, ਫਿਰ ਵੀ ਨਹੀਂ ਆਉਂਦੇ। ਤਾਂ ਕਿਤੇ ਨਾ ਕਿਤੇ ਵਿਧਾਇਕਾਂ ਨੂੰ ਜਿੱਥੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ, ਪੁਲਿਸ ਦਾ ਤੰਤਰ ਜਿਹੜਾ ਇਹ ਜਦੋਂ ਹਾਲਾਤ ਉਵੇਂ ਦੇ ਬਣਦੇ ਆ ਨਾ, ਹੁਣ ਉੱਥੇ ਧਰਨੇ ਤੇ ਬੈਠੇ ਆ ਵੀਰ ਸੰਗਰੂਰ, ਤੇ ਜਦੋਂ ਲੱਖਾ ਸਿਧਾਣਾ ਉਹਨਾਂ ਦੇ ਕੋਲ ਜਾਂਦਾ ਤਾਂ ਉਹ ਇਹ ਕਹਿੰਦਾ ਵੀ ਮੇਰੇ ਘਰਦਿਆਂ ਨੇ ਕਿਹਾ ਵੀ ਹੁਣ ਖਾਲੀ ਨਾ ਮੁੜ ਕੇ ਆਈ। ਉਹ ਕਹਿੰਦਾ ਜਾਂ ਮੈਂ ਖੁਦਕੁਸ਼ੀ ਕਰੂੰਗਾ ਜਾਂ ਮੈਂ ਗੈਂਗਸਟਰ ਬਣੂੰਗਾ। ਤਾਂ ਕੀ ਹਾਲਾਤ ਨਹੀਂ ਪੈਦਾ ਹੋ ਰਹੇ ਫਿਰ? ਜਦੋਂ ਬੰਦੇ ਦੇ ਕੋਲ ਕਿਸੇ ਤਰ੍ਹਾਂ ਦਾ ਕੋਈ ਸੋਰਸ ਹੀ ਨਹੀਂ ਹੈਗਾ, ਖਾਣ ਜੋਗੇ ਦਾਣੇ ਘਰੇ ਨਹੀਂ ਹੈਗੇ, ਜਿਉਣ ਦਾ ਕੋਈ ਸਾਧਨ ਹੈ ਨਹੀਂ, ਫਿਰ ਉਹ ਸੋਚਦਾ ਵੀ ਜੇ ਮੈਂ ਖੁਦਕੁਸ਼ੀ ਕਰਨੀ ਆ ਮੈਂ ਤਾਂ ਇਕੱਲਾ ਹੀ ਮਰ ਜਾਊਂਗਾ, ਮੈਂ 4 ਲੈ ਕੇ ਮਰੂੰਗਾ ਨਾਲ, ਹੁਣ ਇਹਨਾਂ ਨੂੰ ਫੜਕਾਉਂਗਾ, ਨਾਲ ਮੈਂ ਗੈਂਗਸਟਰ ਬਣੂੰਗਾ। ਜਦੋਂ ਮੈਂ ਖੁਦਕੁਸ਼ੀ ਕਰਕੇ ਵੀ ਤਾਂ ਮਰਨਾ, ਬਾਅਦ ਦੇ ਵਿੱਚ ਪੁਲਿਸ ਮੈਨੂੰ ਮਾਰ ਦੂੰਗੀ ਤਾਂ ਕਿਉਂਕਿ ਮੈਂ ਤਾਂ ਗੈਂਗਸਟਰ ਬਣੂੰਗਾ। ਤਾਂ ਕਿਤੇ ਨਾ ਕਿਤੇ ਸਰਕਾਰਾਂ ਵੀ ਹਾਲਾਤ ਪੈਦਾ ਕਰਦੀਆਂ, ਕਿਤੇ ਨਾ ਕਿਤੇ ਪੁਲਿਸ ਤੰਤਰ ਵੀ ਹਾਲਾਤ ਪੈਦਾ ਕਰਦਾ ਹੈ। ਇਹ ਸਿਰਫ ਇਹ ਤਾਂ ਧਰਨੇ ਦੀ ਗੱਲ ਆ, ਪਰ ਜੇ ਬਹੁਤ ਸਾਰੇ ਲੋਕ ਤਾਂ ਇੱਥੋਂ ਤੱਕ ਕਹਿ ਦਿੰਦੇ ਆ ਬਾਈ ਸਾਡਾ ਹੱਲ ਕਰਵਾ ਦਿਓ, ਜੇ ਨਹੀਂ ਹੋਇਆ ਤਾਂ ਮਹੀਨੇ ਬਾਅਦ ਮੈਂ ਤਾਂ ਗੜਾਸੀ ਨਾਲ ਵੜ ਦੇਣਾ, ਉਹ ਪੁਲਿਸ ਸਾਡੀ ਸੁਣਵਾਈ ਨਹੀਂ ਕਰ ਰਹੀ। ਤੇ ਫਿਰ ਬੰਦਾ ਜਾਵੇ ਤਾਂ ਜਾਵੇ ਕਿੱਥੇ? ਇਹ ਤਾਂ ਤੁਸੀਂ ਕਹਿ ਰਹੇ ਹੋ ਕਿ ਪੜ੍ਹੇ ਲਿਖੇ ਨੌਜਵਾਨ ਜਿਹੜੇ ਬੇਰੁਜ਼ਗਾਰ, ਜਿਹਨਾਂ ਨੂੰ ਰੁਜ਼ਗਾਰ ਨਹੀਂ ਮਿਲ ਸਕਿਆ, ਉਹ ਆ। ਪਰ ਕਈ ਲੋਕ ਤਾਂ ਇਹੋ ਜਿਹੇ ਆ ਜਿਹੜੇ ਹੁਣ ਵੱਡੇ ਗੈਂਗਸਟਰ ਨਾਮ ਵੀ ਚੱਲਦੇ ਆ, ਲਾਰੈਂਸ ਬਿਸ਼ਨੋਈ ਹੋ ਗਏ ਆ, ਜਾਂ ਬਹੁਤ ਸਾਰੀਆਂ ਗੱਲਾਂ ਪਿੱਛੇ ਹੋਰ ਬੰਦਿਆਂ ਨਾਲ ਜੁੜਦੀਆਂ। ਉਹ ਤਾਂ ਕਹਿੰਦੇ ਕਿ ਯੂਨੀਵਰਸਿਟੀਆਂ ਦੇ ਵਿੱਚੋਂ ਹੀ ਉੱਚ ਵਿੱਦਿਆ ਕੌਣ ਹਾਸਲ ਕਰਦਾ? ਜਿਹੜਾ ਲੋਅਰ ਸਟੱਡੀਜ਼ ਕਰਕੇ ਜਿਹੜਾ ਉੱਤੇ ਤੱਕ ਜਾਂਦਾ, ਪਹਿਲਾਂ +2 ਕਰਦਾ, ਗ੍ਰੈਜੂਏਟ ਹੁੰਦਾ, ਫਿਰ ਜਾ ਕੇ ਯੂਨੀਵਰਸਿਟੀਆਂ ਤੱਕ ਪਹੁੰਚਦਾ। ਪਰ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ, ਜੇ ਉਹਨੂੰ ਵਿਚਾਰਦੇ ਉਹ ਤਾਂ ਪਰਉਪਕਾਰ ਕਰਦੀ ਆ। ਪਰ ਵਿੱਦਿਆ ਦੇ ਕੇਂਦਰਾਂ ਦੇ ਵਿੱਚੋਂ ਤਾਂ ਇਹ ਕੁਝ ਨਿਕਲ ਰਹੇ ਆ। ਫਿਰ ਜ਼ਿੰਮੇਵਾਰ ਕੌਣ ਆ? ਵਿੱਦਿਆ ਜ਼ਿੰਮੇਵਾਰ ਆ? ਸਹੀ ਨਹੀਂ ਮਿਲ ਰਹੀ ਕਿ ਕੌਣ ਜ਼ਿੰਮੇਵਾਰ ਆ? ਕਿਉਂ ਬਣ ਰਹੀ? ਇਹ ਵੀ ਬਹੁਤ ਵੱਡਾ ਸਵਾਲ ਹੈਗਾ। ਇਹ ਵੀ ਜਿਹੜਾ ਇਸ਼ਾਰਾ ਉਹ ਜੇ ਸਿੱਧੇ ਯੂਨੀਵਰਸਿਟੀ ਤੋਂ ਹੀ ਗੈਂਗਸਟਰ ਬਣ ਕੇ, ਬਲਕਿ ਉੱਥੋਂ ਬੰਦਾ ਬਣ ਕੇ ਨਿਕਲਣਾ ਚਾਹੀਦਾ, ਪਰ ਜੇ ਗੈਂਗਸਟਰ ਬਣ ਕੇ ਉੱਥੋਂ ਨਿਕਲ ਰਿਹਾ ਤਾਂ ਇਹ ਕਿਤੇ ਨਾ ਕਿਤੇ ਫਿਰ ਇਹਦੇ ਲਈ ਵੀ ਲੀਡਰ ਜ਼ਿੰਮੇਵਾਰ ਹੈਗੀ। ਕਿਉਂਕਿ ਇੱਕ ਪਾਰਟੀਆਂ ਬਣਾ ਲਈਆਂ ਜਾਂਦੀਆਂ ਜੀ, ਚਲੋ ਮੈਂ ਨਾਂ ਨਹੀਂ ਲੈਂਦਾ, ਧੜੇ ਬਣਾਏ ਜਾਂਦੇ ਆ, ਹੈ ਨਾ। ਉਹਨੂੰ ਕੋਈ ਕਾਂਗਰਸ ਸਪੋਰਟ ਕਰ ਰਹੀ ਹੈ ਜੀ, ਇਹਨਾਂ ਨੂੰ ਅਕਾਲੀ ਕਰ ਰਹੇ ਆ, ਫਿਰ ਉੱਥੇ ਗੋਲੀ ਵੀ ਚੱਲ ਪਈ ਜੀ। ਅੱਜ ਪ੍ਰਧਾਨਗੀ ਦੀਆਂ ਚੋਣਾਂ, ਅੱਜ ਇੱਥੇ ਇੰਨੇ ਬੰਦੇ ਜ਼ਖਮੀ ਹੋ ਗਏ, ਇੱਕ ਮਰ ਗਿਆ ਜੀ, ਆਹ ਆ ਗਿਆ। ਤੇ ਇਹ ਚੀਜ਼ਾਂ ਜੇ ਆਉਂਦੀਆਂ ਤਾਂ ਲੀਡਰਾਂ ਨੇ ਸਾਡੇ ਨਾਲ ਸਾਨੂੰ ਕੀ ਦਿੱਤਾ? ਤਾਂ ਲੀਡਰਾਂ ਨੇ ਜਿਸ ਉਹਦੇ ਚੋਂ ਪੜ੍ਹਾਈ ਦੀ ਹੈ ਨਾ, ਜਿਨ੍ਹਾਂ ਦੇ ਜ਼ਿੰਮੇਵਾਰੀ ਸੀਗੀ ਵੀ ਉੱਥੋਂ ਬੰਦੇ ਬਣਾ ਕੇ ਤੋਰਨੇ ਆ, ਤਾਂ ਉੱਥੋਂ ਤਾਂ ਇਹ ਮੈਂ ਫੋਰਨ ਦੇ ਵਿੱਚ ਤਾਂ ਕਦੇ ਨਹੀਂ ਸੁਣਿਆ।
ਫੋਰਨ ਤੋਂ ਤਾਂ ਬੱਚੇ ਡਿਗਰੀਆਂ ਲੈ ਕੇ ਨਿਕਲਦੇ ਆ ਵਿਦੇਸ਼ ਤੋਂ, ਤੇ ਆਪਾਂ ਗੱਲਾਂ ਕਰਦੇ ਹਾਂ ਜੀ ਅਸੀਂ ਆਪਣੇ ਦੇਸ਼ ਨੂੰ ਆ ਬਣਾ ਦੇਣਾ, ਫੋਰਨ ਬਣਾ ਦੇਣਾ ਜੀ, ਆ ਕਰ ਦੇਣਾ। ਜਦ ਤੱਕ ਆਪਣਾ ਕਾਨੂੰਨ ਨਹੀਂ ਨਾ ਸੈੱਟ ਹੁੰਦਾ ਉਦੋਂ ਤੱਕ ਕੁਝ ਨਹੀਂ ਹੋਣਾ। ਗੈਂਗਸਟਰ ਤੁਸੀਂ ਮਾਰ ਬੇਸ਼ੱਕ ਸਕਦੇ ਹੋ, ਪਰ ਪੈਦਾ ਕਰਨ ਨੂੰ ਨਹੀਂ ਹਟਾ ਸਕਦੇ। ਜਿੰਨਾ ਚਿਰ ਤੁਹਾਡਾ ਕਾਨੂੰਨ ਸਖਤ ਸਜ਼ਾ ਦੇਊਗਾ ਨਾ, ਸਖਤ ਤੋਂ ਸਖਤ ਹੋਊਗਾ, ਜਿਵੇਂ ਬਾਹਰ ਵਿਦੇਸ਼ਾਂ ਦੇ ਵਿੱਚ ਹੈ ਤਾਂ ਉੱਥੇ ਵੀ ਹੁੰਦੀਆਂ ਵਾਰਦਾਤਾਂ, ਪਰ ਬਹੁਤ ਘੱਟ ਹੁੰਦੀਆਂ। ਪਰ ਸਰਕਾਰਾਂ ਕਹਿੰਦੀ ਇਹ ਵੀ ਤਾਂ ਹੁਣ ਸਖਤ ਸਜ਼ਾਵਾਂ ਹੀ ਆ, ਜਿਹਨੇ ਗਲਤੀ ਕੀਤੀ ਉਹਨੂੰ ਠੋਕ ਦੇਣਾ, ਇਹ ਤੋਂ ਸਖਤ ਸਜ਼ਾ ਹੋਰ ਕੀ ਆ? ਸਾਹਮਣੇ ਅਗਲੇ ਨੂੰ 2 ਵਾਰੀ ਵਾਰਨਿੰਗ ਦੇਣੀ ਆ ਕਿ ਤੁਸੀਂ ਸਰੈਂਡਰ ਕਰ ਦਿਓ, ਨਹੀਂ ਕਰਦਾ ਅਗਲੇ ਦੀ ਗੋਲੀਆਂ ਲਗਾ ਦਿਓ। ਠੀਕ ਹੈ, ਇਹ ਵੀ ਠੀਕ ਹੈ, ਪਰ ਇਹ ਗੱਲ ਇਹ ਆ ਨਾ ਵੀ ਸਿਰਫ ਉਹਨੂੰ ਮਾਰਿਆ ਜਾਂਦਾ ਬੰਦੇ ਨੂੰ, ਤੇ ਹੁਣ ਤੱਕ ਕੀ ਸਾਰੇ ਮਰ ਲਏ? ਵਿਚਾਰ ਤਾਂ ਨਹੀਂ ਮਰਦਾ ਉਹ। ਨਹੀਂ, ਨਾਲੇ ਚਲੋ ਇਹ ਕਹਿੰਦੇ ਵੀ ਮਾਰ ਦੇਣਾ, ਠੀਕ ਹੈ, ਇਹ ਵੀ ਗੱਲ ਠੀਕ ਹੈ ਵੀ ਵਿਚਾਰ ਵੀ ਨਹੀਂ ਮਰਦਾ, ਉਹਨਾਂ ਤੋਂ ਪੈਦਾ ਹੋ ਜਾਂਦੇ ਅੱਗੇ। ਪਰ ਜੇਕਰ ਕੀ ਮਾਰਨਾ ਹੀ ਹੱਲ ਹੈਗਾ, ਜੇ ਕਹਿੰਦੇ ਵੀ ਮਾਰ ਦੇਣਾ, ਬੰਦੇ ਮਾਰੇ ਜਾਂਦੇ ਆ, ਤਾਂ ਕੀ ਇੱਕ ਨੂੰ ਮਾਰਨ ਦੇ ਨਾਲ ਜੇ ਹਰੇਕ ਮਾਰੇ ਜਾਂ ਗਏ ਹੁੰਦੇ ਤਾਂ ਫਿਰ ਇਹ 15-15 ਸਾਲਾਂ ਤੋਂ ਜਿਹੜੇ ਜੇਲ੍ਹਾਂ 'ਚ ਬੰਦ ਆ ਉਹ ਕੌਣ ਨੇ? ਉਹ ਲੋਕ ਉਹ ਕਿਉਂ ਨਹੀਂ ਮਰੇ? ਕੁਝ ਲੋਕ ਮਰਦੇ ਆ ਜਿਨ੍ਹਾਂ ਨੂੰ ਲੀਡਰਾਂ ਦੀ ਸ਼ੈ, ਉਹ ਥੋੜੀ ਮਰਦੇ ਆ ਯਾਰ। ਕੁਝ ਲੋਕ ਮਰਦੇ ਆ ਜਿਹੜੇ ਜਿਨ੍ਹਾਂ ਨੂੰ ਪਹਿਲੀ ਵਾਰ ਹਾਇਰ ਕੀਤਾ ਜਾਂਦਾ 5 ਲੱਖ ਲਈ 10 ਲੱਖ ਲਈ। ਸਰਗਨੇ ਜਿਹੜੇ ਪਿੱਛੇ ਬੈਠੇ, ਜਿਹੜੇ ਵੱਡੇ ਪੱਧਰ ਤੇ ਜਿਹੜੇ ਕੰਮ ਕਰ ਰਹੇ ਆ, ਜਿਹੜੇ ਇਹਨਾਂ ਦੇ ਮੋਢੀ ਆ, ਉਹ ਤਾਂ ਬੈਠੇ ਆਰਾਮ, ਉਹ ਬੈਠੇ ਆ। ਪਰ ਗੱਲ ਇਹ ਹੈਗੀ ਆ ਬਾਈ, ਵਿੱਕੀ ਕਾਊਂਟਰ ਬਹੁਤ ਵੱਡਾ ਨਾਮ ਹੋ ਗਿਆ ਸੀਗਾ, ਉਹਨੂੰ ਵੀ ਸਾਡਿਆਂ ਨੇ ਮਾਰਿਆ। ਪਹਿਲਾਂ ਸ਼ੈ ਵੀ ਦਿੱਤੀ ਹੋਊਗੀ ਲੀਡਰਾਂ ਨੇ, ਤੇ ਉਹਨੂੰ ਬਣਾਇਆ ਵੀ ਸਾਡੇ ਲੀਡਰਾਂ ਨੇ, ਤੇ ਮਰਵਾਉਂਦੇ। ਮੈਂ ਇੱਕ ਗੱਲ ਭਰਾਵਾਂ ਨੂੰ, ਆਪਣੇ ਨੂੰ ਗੈਂਗਸਟਰ ਭਰਾਵਾਂ ਨੂੰ ਜ਼ਰੂਰ ਕਹਿਣੀ ਚਾਹੁੰਦਾ, ਵੀਰਿਓ ਤੁਹਾਨੂੰ ਨਹੀਂ ਪਤਾ ਲੱਗਦਾ, ਪਰ ਇਹੀ ਤੁਹਾਨੂੰ ਬਣਾ ਦਿੰਦੇ ਆ। ਤੁਹਾਨੂੰ ਲੱਗਦਾ ਅਸੀਂ ਪਤਾ ਨਹੀਂ ਕਿੰਨੇ ਕੁ ਵਧੀਆ, ਜਿਵੇਂ ਇਹ ਕੁਰਸੀਆਂ ਤੇ ਬੈਠ ਕੇ ਇਹਨਾਂ ਨੂੰ ਨਹੀਂ ਨਾ ਪਤਾ ਲੱਗਦਾ ਸੱਤਾ ਦੇ ਨਸ਼ੇ 'ਚ ਵੀ ਆਪਾਂ ਲੋਕਾਂ ਦੇ ਨਾਲ ਕੀ ਕਰਨਾ ਹੈ, ਤਾਂ ਇਸੇ ਤਰ੍ਹਾਂ ਤੁਹਾਨੂੰ ਵੀ ਗੈਂਗਸਟਰ ਪਾਉਣੇ ਦੇ ਵਿੱਚ ਐਡੇ ਜ਼ਿਆਦਾ ਤੁਹਾਨੂੰ ਤੁਹਾਡੇ ਹੰਕਾਰ ਨੂੰ ਵਧਾਇਆ ਜਾਂਦਾ ਹੈ, ਤੇ ਫਿਰ ਤੁਹਾਨੂੰ ਵੀ ਪਤਾ ਨਹੀਂ ਲੱਗਦਾ, ਪਰ ਇਹੀ ਲੋਕ ਤੁਹਾਨੂੰ ਮਾਰਦੇ ਨੇ। ਅੱਜ ਜਿਹੜੇ ਲੋਕਾਂ ਨੂੰ ਵੱਡੇ ਗੈਂਗਸਟਰਾਂ ਨੂੰ ਪੈਦਾ ਕੀਤਾ ਹੁਣ ਤਾਂ ਉਹਨਾਂ ਨੂੰ ਵੀ ਡਰ ਹੋਊਗਾ ਨਾ ਵੀ ਯਾਰ ਇਹਨਾਂ ਨੇ ਹੀ ਸਾਨੂੰ ਕਰਿਆ ਸੀ, ਅੱਜ ਇਹੀ ਸਾਨੂੰ ਐਨਕਾਊਂਟਰ ਕਰ ਦੇਣਗੇ। ਸੋ ਬਹੁਤ ਸਾਰੇ ਜਿਹੜੇ ਹੁਣ ਇਸ ਲਾਈਨ 'ਚ ਆ ਗਏ ਲੋਕ, ਉਹਨਾਂ ਦੇ ਵੀ ਤਾਂ ਅੱਗੇ ਅਲੱਗ-ਅਲੱਗ ਧੜੇ ਬਣ ਗਏ। ਇੱਕ ਕੋਈ ਪਾਰਟੀਕੂਲਰ ਕੋਈ ਗਰੁੱਪ ਆ, ਇੱਕ ਦੂਸਰਾ ਗਰੁੱਪ ਆ, ਤੀਸਰਾ ਗਰੁੱਪ ਆ। ਮੁੰਡੇ ਸਾਰੇ ਪੰਜਾਬ ਦੇ ਆ। ਜਦੋਂ ਕਦੀ ਅਸੀਂ ਆਡੀਓ ਸੁਣਦੇ ਆ, ਕਿਸੇ ਦੀ ਆਡੀਓ ਆ ਗਈ ਕਿਸੇ ਮਾਮਲੇ ਪ੍ਰਤੀ ਕਿ ਮੈਂ ਤਾਂ ਫਲਾਣੇ ਤੋਂ ਬਦਲਾ ਲੈਣਾ, ਸਾਡੇ ਭਰਾ ਦਾ ਬਦਲਾ ਲੈਣਾ, ਤਾਂ ਗੱਲਾਂ ਉਹਨਾਂ ਵਿੱਚ ਵੀ ਪੰਜਾਬੀ ਦੀਆਂ ਹੁੰਦੀਆਂ। ਗੱਲਾਂ ਗੁਰੂ ਸਾਹਿਬਾਨਾਂ ਦੀਆਂ ਉਹ ਕਰਦੇ ਆ, ਗੱਲਾਂ ਉਹ ਸਾਡੇ ਸ਼ਹੀਦਾਂ ਦੀਆਂ ਵੀ ਕਰਦੇ, ਸਾਰੀਆਂ ਗੱਲਾਂ ਕਰਦੇ। ਗੱਲ ਸੁਣ ਕੇ ਇੱਕ ਪਾਸੇ ਤਾਂ ਇਹ ਵੀ ਲੱਗਦਾ ਹੁੰਦਾ ਕਿ ਇਹਨਾਂ ਜਿੰਨਾ ਤਾਂ ਪੰਜਾਬ ਨੂੰ ਕੋਈ ਪਿਆਰ ਕਰਨ ਵਾਲਾ ਹੀ ਨਹੀਂ ਹੋਣਾ, ਪਰ ਉਹ ਫੇਰ ਕਿਤੇ ਨਾ ਕਿਤੇ ਆਪਣੇ ਹੀ ਪੰਜਾਬੀਆਂ ਦੇ, ਆਪਣੇ ਭਰਾਵਾਂ ਦੀ ਵੈਰੀ ਬਣੇ ਹੁੰਦੇ ਆ, ਤੇ ਇਹ ਗੱਲਾਂ ਸ਼ਬਦ ਵੀ ਉਹਨਾਂ ਦੇ ਮੂੰਹ ਤੋਂ ਸੁਣਨ ਨੂੰ ਮਿਲਦੇ ਆ ਕਿ ਅਸੀਂ ਤਾਂ ਆਪਣੇ ਭਰਾ ਦਾ ਬਦਲਾ ਲੈ ਲਿਆ। ਕੀ ਇਹ ਬਦਲਾਖੋਰੀ ਜੇ ਗੁਰੂਆਂ ਦੀ ਸੋਚ ਤੇ ਪਹਿਰਾ ਦਿੱਤਾ ਹੁੰਦਾ, ਜੇ ਸ਼ਹੀਦਾਂ ਦੀ ਸੋਚ ਵਾਕਿਆ ਉਹਨਾਂ ਦੇ ਨਾਲ ਹੋਵੇ, ਤਾਂ ਕੀ ਫਿਰ ਇਹ ਬਦਲਾਖੋਰੀ ਖਤਮ ਨਾ ਹੋਵੇ? ਇਹ ਜਿਹੜਾ ਹੰਕਾਰ ਦੀ ਜੜ ਕਿੱਥੇ ਆ, ਇਹ ਕਦੋਂ ਖਤਮ ਹੋ ਸਕਦੀ ਹੈ? ਇਹ ਜਿਹੜੀ ਹੰਕਾਰ ਦੀ ਗੱਲ ਤੁਸੀਂ ਕੀਤੀ ਹੈ ਬਾਈ, ਇਹ ਤਾਂ ਗੁਰਬਾਣੀ 'ਚ ਤੋਂ ਬਿਨਾਂ ਤਾਂ ਕਿਤੇ ਉਹ ਨਹੀਂ ਨਾ ਹੋ ਸਕਦਾ। ਇਹ ਗੱਲਾਂ ਤਾਂ ਗੁਰਬਾਣੀ ਦੀਆਂ ਕਰਦੇ ਆ, ਆਪਣੇ ਆਪ ਨੂੰ ਧਾਰਮਿਕ ਰੰਗ ਵੀ ਦਿੰਦੇ ਆ ਵੀ ਅਸੀਂ ਤਾਂ ਸਾਡੇ ਜਿੰਨਾ। ਪਰ ਇੱਕ ਗੱਲ ਇਹ ਵੀ ਹੈਗੀ ਆ ਵੀ ਜੇ ਕੋਈ ਗੈਂਗਸਟਰ ਪਰਮਾਤਮਾ ਵੱਲ ਨੂੰ ਤੁਰ ਪਿਆ ਨਾ, ਤਾਂ ਮੈਂ ਕਹਿੰਦਾ ਸਭ ਤੋਂ ਛੇਤੀ ਪਰਮਾਤਮਾ ਨੂੰ, ਕਿਉਂਕਿ ਜਿਹਨੇ ਆਪਣੇ ਅੰਦਰੋਂ ਮੌਤ ਦਾ ਡਰ ਖਤਮ ਕਰ ਲਿਆ ਨਾ, ਤੇ ਉਹ ਦਿਲੋਂ ਮਾਲਕ ਨੂੰ, ਤਾਂ ਉਹਦੇ ਕੀਤੇ ਹੋਏ ਕਰਮ ਮਾੜੇ ਵੀ ਸਫਲ ਮਤਲਬ ਕਿ ਬਖਸ਼ ਹੋ ਕੇ ਨਾ, ਉਹ ਪਰਮਾਤਮਾ ਦੇ ਬਹੁਤ ਨੇੜੇ ਹੋ ਸਕਦਾ ਬੰਦਾ। ਪਰ ਜੇ ਇਹ ਸਮਝੇ ਲੋਕ, ਪਰ ਨਹੀਂ, ਇਹ ਨਹੀਂ ਕਰਦੇ। ਪਰ ਜੇ ਗੱਲ ਕਰੀਏ, ਇਹ ਦਿਖਾਉਂਦੇ ਆ। ਜੇ ਸੱਚਮੁੱਚ ਗੁਰਬਾਣੀ ਨੂੰ ਪੜ੍ਹ ਕੇ ਵਿਚਾਰਿਆ ਹੁੰਦਾ ਤਾਂ ਅੱਜ ਇਹਨਾਂ ਦੇ ਕੋਲ ਆਹ ਹੰਕਾਰ ਨਹੀਂ ਸੀ ਹੋਣਾ। ਪਰ ਉਹਦੇ ਲਈ ਵੀ ਜ਼ਿੰਮੇਵਾਰ ਸਾਡੇ ਲੀਡਰ, ਸਾਡੀਆਂ ਸਰਕਾਰਾਂ, ਸਾਡੇ ਅਧਿਆਪਕ, ਜਿਨ੍ਹਾਂ ਨੇ ਇਹਨਾਂ ਨੂੰ ਉਹਦੇ ਵੱਲ ਨੂੰ ਤੋਰਨਾ ਸੀ, ਪਰ ਪ੍ਰੇਰਿਤ ਗਲਤ ਪਾਸੇ ਨੂੰ ਕੀਤਾ ਗਿਆ। ਧਾਰਮਿਕ ਸੰਸਥਾਵਾਂ ਦਾ ਫਿਰ ਰੋਲ ਕਿੱਦਾਂ ਦੇਖਦੇ ਹੋ? ਧਾਰਮਿਕ ਸੰਸਥਾਵਾਂ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਵਿੱਚ ਵੀ ਆ, ਵੱਖ-ਵੱਖ ਧਰਮ ਆ। ਭਾਰਤ ਤੇ ਜਿਹੜਾ ਹੈਗਾ ਵੱਖ-ਵੱਖ ਸੰਸਕ੍ਰਿਤੀਆਂ ਧਰਮਾਂ ਦਾ ਜਿਹੜਾ ਹੈ ਗੁਲਦਸਤਾ, ਪਰ ਫਿਰ ਧਰਮ ਦੇ ਨਾਂ ਤੇ ਪਿਆਰ ਤਾਂ ਵੰਡਿਆ ਨਹੀਂ ਜਾਂਦਾ, ਧਰਮ ਦੇ ਨਾਂ ਤੇ ਤਾਂ ਜ਼ਹਿਰ ਫੈਲਦੀ ਹੈ, ਧਰਮ ਦੇ ਨਾਂ ਤੇ ਲੜਾਈਆਂ ਹੁੰਦੀਆਂ। ਧਾਰਮਿਕ ਸੰਸਥਾਵਾਂ ਕਿਤੇ ਨਾ ਕਿਤੇ ਦੋਸ਼ੀ ਹੈਗੀਆਂ ਤੁਹਾਡੇ ਹਿਸਾਬ ਨਾਲ? ਬਾਈ ਐਂ ਆ ਗੱਲ, ਧਾਰਮਿਕ ਸੰਸਥਾਵਾਂ ਕਿਤੇ ਨਾ ਕਿਤੇ ਦੋਸ਼ੀ ਤਾਂ ਆਪਾਂ ਮੰਨ ਸਕਦੇ, ਇਹਦੇ ਵਿੱਚ ਤਾਂ ਉਹਨਾਂ ਨੂੰ ਵੀ ਬੇਕਸੂਰ ਨਹੀਂ ਠਹਿਰਾਇਆ ਜਾ ਸਕਦਾ। ਪਰ ਜਦੋਂ ਕੁਝ ਧਾਰਮਿਕ ਬੰਦੇ ਹੀ ਅਜਿਹੇ ਲੋਕਾਂ ਨੂੰ ਸ਼ਹਿ ਵੀ ਜਦੋਂ ਗੁਰਬਾਣੀ ਦੇ ਅਰਥਾਂ ਨੂੰ ਅਨਰਥ ਕਰਕੇ ਪੇਸ਼ ਕਰ ਦੇਣਾ ਨਾ, ਵੀ ਯਾਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆ ਕੀਤਾ ਸੀ, ਉਹਨਾਂ ਨੇ ਤਲਵਾਰ ਚੁੱਕੀ ਸੀ ਜਦੋਂ ਜ਼ੁਲਮ ਹੋਣ ਲੱਗ ਗਿਆ ਸੀ। ਪਰ ਜ਼ੁਲਮ ਦੇ ਮਾਇਨੇ ਕੀ ਨੇ? ਕਿੱਥੋਂ ਸ਼ੁਰੂ ਹੁੰਦਾ ਹੈ? ਕੌਣ ਦੁਸ਼ਮਣ ਹੈ? ਕਿ ਆਪਣਿਆਂ ਨਾਲ
ਉਹ ਇਹ ਨਹੀਂ ਨਾ ਸਮਝਾਉਂਦੇ ਹੂੰ। ਵੀ ਜਦੋਂ ਬਾਈ ਕੋਈ ਆਪਣਾ ਹੋਵੇ ਤਾਂ ਉਹਦੇ ਕੋਲੋਂ ਹਾਰ ਨਾ ਹੀ ਵੱਡੀ ਜਿੱਤ ਹੁੰਦੀ ਹੈ। ਇਹ ਨਹੀਂ ਨਾ ਦੱਸਿਆ ਜਾਂਦਾ। ਆਪਣੇ ਨਾਲ ਵੀ ਆਪਣੇ ਭਰਾ ਦੇ ਭਰਾ ਨੂੰ ਵੈਰੀ ਕਿਵੇਂ ਕੀਤਾ ਜਾਂਦਾ, ਇਹ ਤੁਸੀਂ ਲੀਡਰਾਂ ਦੀਆਂ ਭਾਸ਼ਣ ਦੇਖੇ ਨਹੀਂ ਹੈਗੇ। ਜਦੋਂ ਚੋਣਾਂ ਹੁੰਦੀਆਂ ਤੇ ਯਾਰ ਜਦੋਂ ਇਹਨਾਂ ਦੇ ਵਿਆਹ ਹੁੰਦੇ ਆ ਉਦੋਂ ਕਹਿੰਦੇ ਜੀ ਅਸੀਂ ਰਾਜਨੀਤੀ ਤੋਂ ਉੱਤੇ ਉੱਠ ਕੇ ਕਰਤਾ ਜੀ, ਅਸੀਂ ਤਾਂ ਰਾਜਨੀਤੀ ਤੋਂ ਉੱਤੇ ਉੱਠ ਕੇ ਵਿਆਹਾਂ 'ਚ ਸ਼ਾਮਲ ਹੋ ਗਏ। ਉਹ ਯਾਰ ਤੁਸੀਂ ਹੋਕਾ ਦਿਓ ਰਾਜਨੀਤੀ ਤੋਂ ਉੱਤੇ ਉੱਠ ਕੇ ਸਕੇ ਭਰਾਵਾਂ ਨੂੰ ਵੀ ਬਈ ਭਾਈ ਦੇਖੋ ਆ ਨਾ ਕਰੋ। ਸਕਾ ਭਰਾ ਸਕੇ ਭਰਾ ਦੀ ਵਿਆਹ 'ਚ ਨਹੀਂ ਜਾ ਰਿਹਾ ਤੇ ਰਾਜਨੀਤੀ ਤੋਂ ਉੱਤੇ ਉੱਠ ਕੇ ਸਮੋਸੇ ਖਾ ਰਿਹਾ ਉੱਥੇ ਵਿਆਹ। ਇਹਨਾਂ ਕੋਲ ਰਾਜਨੀਤੀ ਤੋਂ ਉੱਠਣ ਦੀ ਕੋਈ ਸ਼ਕਤੀ ਹੁੰਦੀ ਹੋਣੀ ਹੈ ਨਾ। ਉਹ ਜਿਹੜੇ ਆਮ ਲੋਕ ਆ ਉਹਨਾਂ ਨੂੰ ਉੱਠਣਾ ਹੀ ਨਹੀਂ ਆਉਂਦਾ ਰਾਜਨੀਤੀ ਤੋਂ ਉੱਤੇ, ਉਹ ਆਪੇ ਸੇ ਲੜ ਕੇ ਸਿੰਘ ਫਸਾ ਕੇ ਮਰ ਜਾਂਦੇ। ਉਹੀ ਉਹਨਾਂ ਦੀਆਂ ਅੱਖਾਂ ਦੇ ਉੱਤੇ ਪੱਟੀ ਬੰਨੀ ਹੁੰਦੀ ਹੈ ਯਾਰ। ਘੱਟੋ ਘੱਟ ਉਦੋਂ ਹੀ ਦੇਖ ਲਿਆ ਕਰੋ ਜਦੋਂ ਇਹ ਕਿਸੇ ਦੇ ਵਿਆਹਾਂ 'ਚ ਬੜੇ ਹੁੰਦੇ ਆ, ਆਪਣੇ ਸਕੇ ਭਰਾ ਨੂੰ ਜਾ ਕੇ ਮਾਫੀ ਮੰਗ ਲਿਆ ਕਰੋ ਵੀ ਯਾਰ ਮੈਂ ਤੇਰੇ ਬੱਚੇ ਦੇ ਵਿਆਹ 'ਚ ਨਹੀਂ ਆ ਸਕਿਆ ਆ ਕਤੀੜਾਂ ਦੇ ਕਰਕੇ। ਇਹ ਜਿਹੜੀਆਂ ਅੱਜ ਦੂਜਿਆਂ ਦੇ ਸ਼ਾਮਲ ਹੋ ਰਹੀਆਂ, ਕੋਈ ਕਾਂਗਰਸੀ ਅਕਾਲੀਆਂ ਦੇ ਬੜਿਆ ਹੋਇਆ, ਅਕਾਲੀ ਆਮ ਆਦਮੀ ਪਾਰਟੀਆਂ ਦੇ ਬੜਿਆ ਹੋਇਆ, ਦੇਖੇ ਹੀ ਆ ਦਿਖਾਏ ਪਿੱਛੇ ਵਿਆਹ, ਉਦੋਂ ਸਾਰੇ ਇਹ ਗਏ ਸੀ। ਮੈਂ ਤਾਂ ਇਹ ਕਹਿੰਦਾ ਇਹ ਕੈਮਰੇ ਤਾਂ ਅੱਗੇ ਕਹਿਣਗੇ ਕਾਂਗਰਸ ਕਿਸਾਨਾਂ ਦੀ ਕਾਤਲ ਪਾਰਟੀ, ਜਦੋਂ ਇੱਕ ਦੂਜੇ ਦਾ ਆਮੋ ਸਾਹਮਣਾ ਹੋ ਜਾਂਦਾ ਹੈ। ਹਾਂ ਕੈਪਟਨ ਕਾਤਲ ਕਾਂਗਰਸ ਉਹਦਾ ਕਿਸਾਨਾਂ ਦਾ, ਨਸ਼ੇ ਦੇ ਉੱਤੇ ਮਾਮਾ ਦੇ ਪੁੱਤ ਮਰਾਉਣ ਦੇ ਵਿੱਚ ਮਜੀਠੀਆ ਨਾਲ ਐ ਕਰਤਾ ਜੀ, ਅਕਾਲੀ ਦਲ ਨਾਲ ਐ ਕਰਤਾ। ਤੇ ਜਿਹੜੇ ਲੋਕ ਕਹਿੰਦੇ ਹੁੰਦੇ ਆ ਉਹ ਆਪਣੇ ਵਿਆਹਾਂ ਦੇ ਸ਼ਗਨ ਲੈਣ ਜਾਂ ਡੱਬੇ ਦੇਣ, ਕਾਰਡ ਦੇਣ, ਖੁਦ ਕੈਪਟਨ ਦੇ ਦਰਬਾਰ ਤੇ ਜਾਂਦੇ, ਫਿਰ ਕਹਿੰਦੇ ਰਾਜਨੀਤੀ ਉੱਤੇ ਉੱਠ ਕੇ। ਪਰ ਮੈਂ ਇਹ ਪੁੱਛਣਾ ਚਾਹੁੰਦਾ ਇਹਨਾਂ ਲੋਕਾਂ ਨੂੰ ਵੀ ਕੀ ਕਿਸੇ ਕਾਤਲ ਨੂੰ ਰਾਜਨੀਤੀ ਤੋਂ ਉੱਤੇ ਉੱਠ ਕੇ ਵਿਆਹ 'ਚ ਬੁਲਾ ਲਓਗੇ ਤੁਸੀਂ ਆਪਣੇ ਘਰ? ਕੀ ਜਿਨ੍ਹਾਂ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੋਵੇ, ਮਾਮਾ ਦੇ ਪੁੱਤ ਨਸ਼ੇ ਤੇ ਲਾਏ ਹੋਣ, ਕੀ ਰਾਜਨੀਤੀ ਤੋਂ ਉੱਤੇ ਉੱਠ ਕੇ ਉਹਨੂੰ ਬੁਲਾ ਲਓਗੇ? ਇਹਦਾ ਮਤਲਬ ਜਾਂ ਤਾਂ ਤੁਸੀਂ ਖੇਖਣ ਕਰਦੇ ਹੋ ਸਿਰਫ ਆਪਣੀਆਂ ਰੋਟੀਆਂ ਸੇਕਣ ਲਈ, ਕਿਉਂਕਿ ਇਹਨਾਂ ਨੂੰ ਆਏ ਹੁੰਦਾ ਵੀ ਪਤਾ ਨਹੀਂ ਸਾਡੇ ਪਾਰਟੀ ਦੇ ਵਿੱਚ ਕਿਹੜੇ ਸਮੇਂ ਕਿਹੜੇ ਹਾਲਾਤ ਬਣ ਜਾਣੇ, ਪਤਾ ਨਹੀਂ ਕਿਹੜੀ ਪਾਰਟੀ ਨੂੰ ਚੁਣਨਾ ਪੈਂਦਾ। ਫਿਰ ਇਹ ਲੋਕਾਂ ਨੂੰ ਮੂਰਖ ਬਣਾਉਂਦੇ ਨੇ, ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਹੈ ਤੇ ਉਹੀ ਫਿਰ ਲੀਡਰਾਂ ਨੂੰ ਆਪਣੇ ਵਿਆਹਾਂ ਦੇ ਵਿੱਚ ਸੱਦਦੇ ਨੇ। ਪਰ ਮੈਂ ਭਰਾਵਾਂ ਨੂੰ ਜ਼ਰੂਰ ਕਹਾਂਗਾ ਵੀ ਗੈਂਗਸਟਰਾਂ ਵਾਲੀ ਗੱਲ ਤਾਂ ਇੱਕ ਥਾਂ ਰਹੀ ਵੀਰੋ, ਪਰ ਜਿਹੜੇ ਆਪਾਂ ਆਪਣੇ ਭਰਾਵਾਂ ਦੇ ਨਾਲ ਵੈਰ ਪਾ ਲੇ ਤੇ ਉਹ ਵੈਰ ਭਰਾ ਦੇ ਲਈ ਉਹ ਫਿਰ ਭਰਾ ਗੈਂਗਸਟਰ ਵਾਲਾ ਹੀ ਕੰਮ ਆ। ਜੇ ਇਹ ਇੰਨੇ ਕੁ ਵੈਰੀ ਨੂੰ ਗੈਂਗਸਟਰ ਦਾ ਨਾਮ ਦੇ ਦਿੰਦੇ ਆ ਨਾ, ਇੰਨੇ ਕੁ ਵਿਰੋਧਤਾ ਨੂੰ, ਤਾਂ ਮੈਂ ਕਹਿੰਦਾ ਫਿਰ ਆਪਾਂ ਵੀ ਯਾਰ ਆਪਾਂ ਵੀ ਇਨਸਾਨਾਂ 'ਚ ਨਹੀਂ ਆਉਂਦੇ। ਸੋ ਇਸ ਕਰਕੇ ਮੈਂ ਜ਼ਰੂਰ ਕਹਾਂਗਾ ਵੀ ਇਹ ਰਾਜਨੀਤੀ ਤੋਂ ਸਾਨੂੰ ਜ਼ਰੂਰ ਬਚਣਾ ਚਾਹੀਦਾ। ਗੈਂਗਸਟਰਵਾਦ ਤਾਂ ਇੱਕ ਹੁਣ ਸ਼ਬਦ ਹੈ ਜਿਹੜਾ ਪ੍ਰਚਲਿਤ ਕਰ ਦਿੱਤਾ ਗਿਆ, ਪਰ ਉਸ ਦੇ ਨਾਲ ਹਥਿਆਰਵਾਦ ਜਿਹੜਾ ਹੈਗਾ ਉਹ ਵੀ ਆਪਾਂ ਕਹਿ ਰਹੀਏ ਹਥਿਆਰ ਜਿਹੜੇ ਹੈਗੇ ਰੱਖਣ ਦੀ ਲੋਕਾਂ ਦੀ ਪ੍ਰਕਿਰਤੀ ਹੈਗੀ ਜਿਹੜੀ ਉਹ ਵੱਧਦੀ ਜਾਂਦੀ ਆ। ਲੋਕ ਵਧੀਆ ਤੋਂ ਵਧੀਆ ਹਥਿਆਰ ਰੱਖਦੇ ਆ, ਪਰ ਕਿਤੇ ਨਾ ਕਿਤੇ ਤੁਸੀਂ ਹਰਗੋਬਿੰਦ ਸਾਹਿਬ ਮਹਾਰਾਜ ਦੀ ਗੱਲ ਕੀਤੀ ਆ ਤੇ ਕਿਰਪਾਨ ਤੇ ਤਲਵਾਰ ਸ਼ਬਦ ਦੇ ਵਿੱਚ ਵੀ ਬਹੁਤ ਜਿਹੜਾ ਹੈਗਾ ਡਿਫਰੈਂਸ਼ੀਏਟ ਕੀਤਾ ਜਾ ਸਕਦਾ। ਕਿਰਪਾਨ ਕਿਰਪਾ ਪਲਸ ਆਨ ਦਾ ਸੁਮੇਲ ਆ, ਕਿਰਪਾ ਕਰਦੀ ਕਿਰਪਾਨ ਤਾਂ ਕਿਰਪਾ ਕਰਨ ਲਈ ਉੱਠਦੀ, ਤਲਵਾਰ ਕਿਸੇ ਦੇ ਉੱਤੇ ਜ਼ੁਲਮ ਕਰਨ ਲਈ ਵੀ ਉੱਠ ਸਕਦੀ ਆ। ਫਿਰ ਇਹਨਾਂ ਨੌਜਵਾਨਾਂ ਨੂੰ ਕੌਣ ਦੱਸੇ ਇਹਦੇ ਪਿੱਛੇ ਕਿਹਦੀ ਗਲਤੀ ਸਮਝਦੇ ਹੋ ਕਿ ਜੇ ਹਥਿਆਰ ਚੁੱਕਿਆ ਗਿਆ ਤਾਂ ਇੱਕ ਹੀ ਸ਼ਸਤਰ ਕਿਰਪਾਨ ਵੀ ਬਣ ਜਾਂਦਾ, ਇੱਕ ਹੀ ਸ਼ਸਤਰ ਤਲਵਾਰ ਵੀ ਬਣ ਜਾਂਦਾ, ਇੱਕੇ ਬੰਦੂਕ ਜ਼ਾਲਮਾਨਾ ਬਿਹੇਵ ਵੀ ਕਰ ਸਕਦੀ ਆ, ਇੱਕੇ ਬੰਦੂਕ ਜਿਹੜੀ ਹੈਗੀ ਕਿਸੇ ਦੇ ਬਚਾਅ ਵਾਸਤੇ ਵੀ ਕਰ ਸਕਦੀ। ਇਹ ਤਾਂ ਅੱਜ ਕੱਲ੍ਹ ਕਿਸੇ ਨੂੰ ਪਤਾ ਹੀ ਨਹੀਂ ਲੱਗ ਰਿਹਾ। ਬੰਦੂਕਾਂ ਤਾਂ ਮਾਰਨ ਵਾਸਤੇ ਚੱਲ ਰਹੀਆਂ ਨੇ, ਬਚਾਉਣ ਵਾਸਤੇ ਤਾਂ ਚੱਲਦੀ ਰਹੀ। ਬਿਲਕੁਲ ਇਹ ਸਾਨੂੰ ਫਿਰ ਜਿਵੇਂ ਪਹਿਲਾਂ ਗੱਲ ਕੀਤੀ ਆ ਵੀ ਉਹ ਸਾਡੀਆਂ ਸੰਸਥਾਵਾਂ, ਸਾਡੇ ਪ੍ਰਚਾਰਕ, ਉਹਨਾਂ ਦੀ ਡਿਊਟੀ ਹੈ। ਉਹਨਾਂ ਦੀ ਡਿਊਟੀ ਇਸ ਤਰ੍ਹਾਂ ਹੈ ਵੀ ਇਹ ਲੋਕ ਉਹ ਕਹਿੰਦੇ ਅਸੀਂ ਤਾਂ ਕਹੀ ਜਾਂਦੇ ਆ ਪਰ ਸੁਣ ਇਹ ਕਿਹੜਾ ਸਾਡੀਆਂ ਕਥਾ ਸੁਣਦੇ ਆ, ਇਹ ਤਾਂ ਗੀਤ ਸੁਣਦੇ ਨੇ। ਤਾਂ ਫਿਰ ਗੀਤਾਂ ਦੇ ਵਿੱਚ ਮੈਂ ਕਹਿੰਦਾ ਫਿਰ ਕਲਾਕਾਰਾਂ ਦੀ ਵੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ। ਕਿਤੇ ਨਾ ਕਿਤੇ ਜਿੱਥੇ ਲੀਡਰਾਂ ਨੂੰ ਦੋਸ਼ ਦੇ ਰਹੇ ਆ ਉੱਥੇ ਕਲਾਕਾਰ ਵੀ ਇਹਦੇ ਲਈ ਸਭ ਤੋਂ ਵੱਡੇ ਜ਼ਿੰਮੇਵਾਰ ਲੋਕ ਨੇ। ਆਪਾਂ ਕਹਿ ਦਿੰਦੇ ਆ ਵੀ ਅਸੀਂ ਤਾਂ ਜੀ ਇੰਜੋਏ ਲਈ ਲਿਖਦੇ, ਮਨੋਰੰਜਨ ਲਈ ਲਿਖਦੇ ਆ। ਯਾਰ ਮਨੋਰੰਜਨ ਲਈ ਜਦੋਂ ਤਾਂ ਕੋਈ ਦਿਹਾੜਾ ਆ ਜਾਂਦਾ ਏ ਫਿਰ ਉਹ ਵੀ ਇੰਜੋਏ ਲਈ ਹੁੰਦਾ। ਉਦੋਂ ਤਾਂ ਕਹਿੰਦੇ ਅਸੀਂ ਅੱਜ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਦਿਹਾੜਾ, ਅਸੀਂ ਚਾਹੁੰਦੇ ਆ ਵੀ ਲੋਕ ਸੁਣ ਕੇ ਧਾਰਮਿਕ ਗੀਤ ਕਰੀਏ ਤੇ ਇਹ ਤੋਂ ਨੌਜਵਾਨ ਪ੍ਰੇਰਿਤ ਹੋਣ। ਧਾਰਮਿਕ ਗੀਤ ਨਾਲ ਪ੍ਰੇਰਿਤ ਹੋ ਰਿਹਾ, ਹਥਿਆਰਾਂ ਨਾਲ ਬਸ ਇੰਜੋਏ ਕਰਕੇ ਛੱਡ ਦਿੰਦੇ ਆ। ਇਹ ਥੋੜੀ ਹੁੰਦਾ। ਹਥਿਆਰਾਂ ਵਾਲੀ ਕੋਈ ਮੂਵੀ ਦੇਖੀਏ, ਕੋਈ ਛੋਟੇ ਹੁੰਦੇ ਜੋ ਵੀ ਅਸੀਂ ਦੇਖਦੇ ਸੀ, ਅਸੀਂ ਉਸੇ ਤਰ੍ਹਾਂ ਦਾ ਰੋਲ ਨਿਭਾਉਣ ਲੱਗ ਜਾਂਦੇ ਸੀਗੇ। ਕਿਸੇ ਦੀ ਕਲਮ ਕੁਝ ਲਿਖਦੀ ਆ ਮਤਲਬ ਅਸਰ ਤਾਂ ਪੈਂਦਾ ਹੈ, ਪੈਂਦਾ, ਬਿਲਕੁਲ ਪੈਂਦਾ। ਸੋ ਇਹਨਾਂ ਭਰਾਵਾਂ ਨੂੰ ਵੀ ਆਪਣੀਆਂ ਕਲਮਾਂ ਜਿੱਥੇ ਜਿਹਨੂੰ ਜਿਹੜੇ ਸੁਣਦੇ ਆ, ਜੇ ਕਥਾਵਾਚਕਾਂ ਨੂੰ ਨਹੀਂ ਸੁਣ ਰਹੇ ਉਹ, ਤਾਂ ਮੈਂ ਕਹਿੰਦਾ ਫਿਰ ਜੇਲ੍ਹਾਂ ਦੇ ਵਿੱਚ ਜਿਹੜੇ ਕੈਦੀ ਨੇ ਉਹਨਾਂ ਦੇ ਲਈ ਉੱਥੇ ਗੁਰੂ ਘਰ ਵੀ ਨੇ, ਤਾਂ ਉੱਥੇ ਸਮਾਗਮ ਕਰਵਾਏ ਜਾਣ ਇਸ ਤਰ੍ਹਾਂ ਦੇ। ਪਰ ਕਰਵਾਵੇ ਤਾਂ ਜੇ ਚਾਹੁੰਦੇ ਹੋਣ ਸੁਧਾਰ। ਢਾਡੀ ਸਿੰਘ ਤਾਂ ਰੋਂਦੇ ਫਿਰਦੇ ਸਾਡੇ ਕੋਲ ਵੀ ਕਈ ਵਾਰੀ ਆਏ, ਅਸੀਂ ਉਹਨਾਂ ਦੀ ਇੰਟਰਵਿਊਆਂ ਵੀ ਕੀਤੀਆਂ। ਉਹ ਕਹਿੰਦੇ ਸਾਨੂੰ ਪੁੱਛਦਾ ਹੀ ਕੋਈ ਨਹੀਂ, ਸਾਨੂੰ 100 ਰੁਪਇਆ 200 ਰੁਪਇਆ ਜਿਹੇ ਜਿਹੜੇ ਹੈਗੇ ਮਾਮੂਲੀ ਜਿਹਾ ਉਹ ਦਿੱਤਾ ਜਾਂਦਾ, ਜਿਹਦੇ ਨਾਲ ਸਾਡੇ ਘਰ ਹੀ ਨਹੀਂ ਚੱਲਦੇ, ਕੋਈ ਇਸ ਪਾਸੇ ਆਉਣਾ ਨਹੀਂ ਚਾਹੁੰਦਾ। ਗ੍ਰੰਥੀ ਸਿੰਘਾਂ ਦੇ ਮੁੰਡੇ ਇਸ ਪਾਸੇ ਨਹੀਂ ਆਉਣਾ ਚਾਹੁੰਦੇ, ਢਾਡੀਆਂ ਦੇ ਮੁੰਡੇ ਢਾਡੀ ਨਹੀਂ ਬਣਨਾ ਚਾਹੁੰਦੇ। ਸਾਡੀਆਂ ਤਾਂ ਪਰੰਪਰਾਵਾਂ ਬੜੀਆਂ ਅਮੀਰ ਸੀ, ਸਾਡੀਆਂ ਪਰੰਪਰਾਵਾਂ ਜਿਹੜੀਆਂ ਇਸ ਤਰ੍ਹਾਂ ਰੁਲ ਗਈਆਂ।
ਅੱਜ ਢਾਡੀਆਂ ਦਾ ਵੀ ਉੱਚਾ ਰੋਲ ਹੋ ਸਕਦਾ ਸੀ, ਢਾਡੀਆਂ ਦੇ ਵੀ ਨਾਮ ਹੋ ਸਕਦੇ ਸੀ, ਬਹੁਤ ਕੁਝ ਜਿਹੜੇ ਹੈਗੇ ਆ ਮਸ਼ਹੂਰ ਹੈ ਵੀ ਆ। ਬਹੁਤ ਸਾਰੇ ਢਾਡੀ ਕਿਉਂ ਰੋਲਣ ਤੇ ਮਜਬੂਰ ਆ? ਕਲਾਕਾਰਾਂ ਦੇ ਬਰਾਬਰ ਉਹਨਾਂ ਦਾ ਸਤਿਕਾਰ ਕਿਉਂ ਨਹੀਂ? ਉਹਨਾਂ ਦੀ ਪਹੁੰਚ ਕਿਉਂ ਨਹੀਂ? ਉਹਨਾਂ ਦੀ ਉਹ ਕਿਉਂ ਫੇਮਸ ਨਹੀਂ ਹੈਗੇ? ਉਹਨਾਂ ਦੇ ਕਿਉਂਕਿ ਫੋਲੋਅਰ ਕਿਉਂ ਨਹੀਂ ਹੈਗੇ? ਇਹ ਵੀ ਤਾਂ ਕਾਰਨ ਹੈਗਾ। ਬਿਲਕੁਲ ਬਾਈ, ਉਹਨਾਂ ਨੂੰ ਵੀ ਪਲੇਟਫਾਰਮ ਨਹੀਂ ਦਿੱਤੇ ਗਏ। ਤੇ ਪਰ ਇੱਕ ਗੱਲ ਹੈ, ਜੇ ਸਾਡੇ ਪ੍ਰਚਾਰਕਾਂ ਨੇ ਸਿਧਾਂਤ ਨੂੰ ਸਮਝਿਆ ਹੁੰਦਾ, ਪਰ ਰੋਟੀ ਤਾਂ ਹਰੇਕ ਨੇ ਖਾਣੀ ਹੈ। ਪਰ ਅਗਲਾ ਕਹਿੰਦਾ ਜੀ ਅਸੀਂ ਤਾਂ ਜੀ 25 ਲੈਂਦੇ ਆ, 25,000 ਹੀ ਲੈਂਦੇ ਆ। ਫਿਰ ਆਪਾਂ ਇੱਕ ਉਦਾਹਰਨ ਦਿੰਦੇ ਹੁੰਦੇ ਆ ਵੀ ਯਾਰ ਕਲਾਕਾਰਾਂ ਨੂੰ ਅਸੀਂ 5-5 ਲੱਖ ਰੁਪਏ ਦਿੰਦੇ ਆ ਤੇ ਅਸੀਂ ਆਪਣੇ ਪ੍ਰਚਾਰਕਾਂ ਨੂੰ 20,000 20,000 ਦਿੰਦੇ ਆ, ਕਹਿੰਦੇ ਆ ਅਸੀਂ। ਮੈਂ ਤਾਂ ਇਹੀ ਉਦਾਹਰਨ ਦਿੰਦਾ ਹੁੰਦਾ ਵੀ ਯਾਰ ਘੱਟੋ ਘੱਟ ਸਾਨੂੰ ਸ਼ਰਮ ਚਾਹੀਦੀ ਆ। ਸਾਨੂੰ ਧੀਆਂ ਭੈਣਾਂ ਨੂੰ, ਲੱਚਰਤਾ ਦਿਖਾਉਣ ਵਾਲਿਆਂ ਨੂੰ, ਉਹਨਾਂ ਨੂੰ ਨੰਗੀਆਂ ਦਿਖਾਉਣ ਵਾਲਿਆਂ ਨੂੰ, ਨਚਾਉਣ ਵਾਲੀਆਂ ਨੂੰ ਅਸੀਂ 10-10 12-12 ਲੱਖ ਦੇ ਦਿੰਦੇ ਆ ਦੂਜਿਆਂ ਨੂੰ। ਪਰ ਮੈਂ ਇਹ ਨਹੀਂ ਕਦੀ ਕਹਿੰਦਾ ਵੀ ਉਹ 10 ਲੱਖ ਮੰਗਦੇ ਆ, ਇਹ 25,000 ਮੰਗਦੇ ਆ, ਤੁਸੀਂ ਵੱਧ ਮੰਗਿਆ ਕਰੋ। ਗੁਰਬਾਣੀ ਮੰਗਣ ਦਾ ਵਿਸ਼ਾ ਤਾਂ ਹੈ ਹੀ ਨਹੀਂ। ਗੁਰਬਾਣੀ ਗੁਰੂ ਕੋਲੋਂ ਮੰਗਣ ਦਾ ਵਿਸ਼ਾ, ਲੋਕਾਂ ਕੋਲੋਂ ਐਂ ਕਰਨ ਦਾ ਵਿਸ਼ਾ ਨਹੀਂ ਹੈਗਾ। ਪਰ ਮਾਫ ਕਰਿਓ, ਸਾਡੇ ਪ੍ਰਚਾਰਕਾਂ ਨੇ ਵੀ ਕਲਾਕਾਰਾਂ ਵਾਲਾ ਹੀ ਕੰਮ ਫੜਿਆ ਹੋਇਆ ਮੰਗ ਕੇ ਜੀ। ਜੇ ਮੈਂ ਕਹਿੰਦਾ ਜਿਹੜਾ ਪ੍ਰਚਾਰਕ ਇਹ ਕਹਿੰਦਾ ਹੈ ਨਾ ਵੀ ਨਹੀਂ ਜੀ ਜਿੰਨਾ ਤੁਸੀਂ ਦੇਣਾ ਦੇ ਦਿਓ ਕੋਈ ਗੱਲ ਨਹੀਂ, ਉਹਨੂੰ ਗੁਰੂ ਸਾਹਿਬ ਆਪ ਫੜਦੇ। ਇਹਦਾ ਮਤਲਬ ਪ੍ਰਚਾਰਕਾਂ ਨੂੰ ਸਿਰਫ ਧੰਦੇ ਤੇ ਵਿਸ਼ਵਾਸ ਹੈ ਵੀ ਅਸੀਂ ਧੰਦਾ ਕਰਨਾ, ਪੈਸੇ ਮੰਗ ਕੇ ਲੈਣੇ ਆ। ਤਾਂ ਜੇ ਗੁਰੂ ਤੇ ਵਿਸ਼ਵਾਸ ਹੋਵੇ ਨਾ ਫਿਰ ਬਾਂਹ ਆਪ ਫੜ ਲੈਂਦਾ ਹੁੰਦਾ ਉਹ। ਜੇ ਗੁਰੂ ਤੇ ਵਿਸ਼ਵਾਸ ਹੋਵੇ ਫਿਰ ਮੰਗੇ ਨਾ ਅਗਲਾ। ਸੋ ਬਿਲਕੁਲ ਆਖਰ 'ਚ ਸੰਦੇਸ਼ ਜਿਹੜਾ ਹੈਗਾ, ਜਿਹੜਾ ਗੈਂਗਸਟਰਵਾਦ ਦੀ ਜਿਹੜੀ ਗੱਲ ਚੱਲਦੀ ਆ, ਫਿਰ ਉੱਥੇ ਆਈਏ ਚਰਚਾਵਾਂ ਜਿਹੜੀਆਂ ਚੱਲ ਰਹੀਆਂ। ਇੱਕ ਪਾਸਾ ਉਹ ਆ ਜਿਹੜੇ ਕਹਿੰਦੇ ਮਾਰ ਦੇਣਾ ਚਾਹੀਦਾ, ਇੱਕ ਕਹਿੰਦੇ ਬਚਾ ਲੈਣਾ ਚਾਹੀਦਾ, ਪਰ ਫਿਰ ਵੀ ਪਿੱਛੇ ਕੌਣ ਜਾਂਦੇ ਆ? ਦੋਨੇ ਪੱਖਾਂ ਦੇ ਵਿੱਚ ਜਿਹੜੇ ਹੈਗੇ ਮੁੰਡੇ ਪੰਜਾਬ ਦੇ ਹੀ ਆ, ਲੋਕ ਵੀ ਪੰਜਾਬ ਦੇ ਹੀ ਆ, ਮਾੜਾ ਕਹਿਣ ਵਾਲੇ ਵੀ ਪੰਜਾਬ ਦੇ, ਚੰਗਾ ਕਹਿਣ ਵਾਲੇ ਵੀ ਪੰਜਾਬ ਦੇ। ਉਹ ਸਾਰਿਆਂ ਦੇ ਵਿੱਚ ਉਹ ਲੋਕਾਂ ਨੂੰ ਸੰਦੇਸ਼ ਉਹਨਾਂ ਨੂੰ ਕੀ ਦੇਣਾ ਚਾਹੋਗੇ ਜਿਹੜੇ ਹੁਣ ਇਸ ਦਲਦਲ 'ਚ ਫਸ ਚੁੱਕੇ ਆ, ਜਿਹੜੇ ਅੱਗੇ ਲੰਘੇ? ਬਿਲਕੁਲ ਉਹਨਾਂ ਭਰਾਵਾਂ ਨੂੰ ਬੇਨਤੀ ਹੈ ਵੀ ਭਰਾਵੋ, ਅਸੀਂ ਪਹਿਲਾਂ ਲਗਾਤਾਰ ਕਹਿ ਰਹੇ ਹਾਂ ਵੀ ਆਪਾਂ ਨੂੰ ਨਹੀਂ ਪਤਾ ਲੱਗਦਾ ਵੀਰੋ ਵੀ ਆਪਾਂ ਕਦੋਂ ਇਸ ਦਲਦਲ ਦੇ ਵਿੱਚ। ਬਹੁਤ ਡੂੰਘੀ ਹੈ ਤੇ ਇੱਥੋਂ ਫਿਰ ਵਾਪਸ ਮੁੜਨਾ ਬਹੁਤ ਔਖਾ। ਸਰਕਾਰਾਂ ਤਾਂ ਕਹੀ ਜਾਂਦੀਆਂ ਵੀ ਤੁਸੀਂ ਆਹ ਕਰ ਦਿਓ, ਪਰ ਤੁਹਾਨੂੰ ਕਾਨੂੰਨ ਦਾ ਜੋ ਕਾਰਵਾਈ ਉਹ ਤਾਂ ਭੁਗਤਣੀ ਪੈਣੀ ਆ। ਉਹਦੀ ਫਿਰ ਉਮਰ ਕੈਦ ਵੀ ਹੋ ਸਕਦੀ ਹੈ। ਸੋ ਇਸ ਕਰਕੇ ਜਿਵੇਂ ਆਪਾਂ ਨਸ਼ੇ ਨੂੰ ਕਹਿੰਦੇ ਨਾ ਵੀ ਚਿੱਟਾ ਸਿਰਫ ਉਹਦਾ ਟੇਸਟ ਹੀ ਮਾੜਾ, ਤਾਂ ਇਹ ਗੈਂਗਸਟਰ ਦਾ ਪਹਿਲਾ ਕਦਮ ਹੀ ਮਾੜਾ। ਜਦੋਂ ਤੁਸੀਂ ਇੱਕ ਕੁਹਾੜੀ ਵੀ ਚੱਕ ਲੈਂਦੇ ਹੋ, ਕਿਉਂਕਿ ਗੈਂਗਸਟਰ ਸਾਡਾ ਇੱਕ ਨਾਮ ਜਦੋਂ ਪ੍ਰਚਲਨ ਹੁੰਦਾ, ਜਦੋਂ ਤੁਹਾਡੇ ਹੱਥ 'ਚ ਬੰਦੂਕ ਆ ਜਾਂਦੀ, ਜਿੰਨਾ ਚਿਰ ਤੁਸੀਂ ਕਿਸੇ ਨੂੰ ਦੂਜੇ ਡੰਡਿਆਂ ਸੋਟਿਆਂ ਨਾਲ ਮਾਰੀ ਜਾਂਦੇ ਕੋਈ ਨਹੀਂ ਤੁਹਾਨੂੰ ਪੁੱਛਦਾ। ਪਰ ਅਸੀਂ ਕਹਿੰਦੇ ਵੀ ਤੁਸੀਂ ਡੰਡਾ ਸੋਟਾ ਵੀ ਨਾ ਚੱਕੋ। ਜਿੱਥੋਂ ਗੱਲ ਆਉਂਦੀ ਹੈ, ਹਾਂ ਜੇ ਕੋਈ ਪਹਿਲ ਕਰਦਾ ਹੈ ਤਾਂ ਉਹਦੇ 'ਚ ਡਿਫੈਂਸਿਵ ਹੋਣਾ ਬਹੁਤ ਜ਼ਰੂਰੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਇਹ ਸਿਧਾਂਤ ਹੈ। ਇਹ ਸਿਧਾਂਤ ਨਹੀਂ ਹੈ ਵੀ ਤੈਨੂੰ ਐਂ ਕਰ ਦੇਣਾ, ਮੈਂ ਤੈਨੂੰ ਉਹ ਕਰ ਦਾਂਗੇ ਅਸੀਂ। ਫਿਰ ਅਸੀਂ ਸਟੇਜਾਂ ਤੋਂ ਕਹਿ ਦਿੰਦੇ ਹਾਂ ਵੀ ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਦਾ ਸਿਧਾਂਤ ਹੈ, ਪਰ ਨਹੀਂ। ਗੁਰੂ ਸਾਹਿਬ ਦਾ ਸਿਧਾਂਤ ਹਮੇਸ਼ਾ ਹੀ ਡਿਫੈਂਸਿਵ ਰਿਹਾ। ਹਮੇਸ਼ਾ ਹੀ ਉਹਨਾਂ ਨੇ ਡਿਫੈਂਸਿਵ ਦੀ ਗੱਲ ਕੀਤੀ, ਸੁਰੱਖਿਆ ਦੀ ਗੱਲ ਕੀਤੀ ਹੈ। ਸਵੈ ਜਿਹੜੀ ਸੁਰੱਖਿਆ ਕਿਵੇਂ ਕਰਨੀ ਹੈ ਆਪਾਂ ਨੇ ਹਮੇਸ਼ਾ ਕਦੇ ਵੀ ਤੁਸੀਂ ਦੇਖ ਲਓ। ਹਾਂ, ਗੁਰੂ ਸਾਹਿਬ ਦੀਆਂ ਜੇ ਆਪਾਂ 14 ਜੰਗਾਂ ਦੀਆਂ ਵੀ ਗੱਲਾਂ ਕਰਦੇ ਆ ਤਾਂ ਕੋਈ ਵੀ ਜੰਗ ਅਟੈਕਿੰਗ ਨਹੀਂ ਹੈਗੀ, ਡਿਫੈਂਸਿਵ ਆ ਸਾਰੀਆਂ। ਪਹਿਲ ਕਿਹਾ ਦੁਸ਼ਮਣ ਨੂੰ, ਪਰ ਅਸੀਂ ਤਾਂ ਇੱਥੇ ਅਸੀਂ ਆਪਣੇ ਭਰਾਵਾਂ ਨਾਲ ਦੁਸ਼ਮਣੀਆਂ ਲਾਈਆਂ ਹੋਈਆਂ। ਇਸ ਕਰਕੇ ਮੇਰੀ ਬੇਨਤੀ ਹੈ ਅਸੀਂ ਮੁੜ ਆਈਏ। ਸਾਨੂੰ ਬਹੁਤ ਅਜੇ ਤਾਂ ਬਹੁਤ ਤਾਕਤਾਂ ਸਾਨੂੰ ਉਹਨਾਂ ਨੂੰ, ਅਸੀਂ ਸਾਡਾ ਲੋਕਤੰਤਰੀ ਦੇਸ਼ ਆ, ਵਿਚਾਰਾਂ ਦੀਆਂ ਲੜਾਈਆਂ ਦੇ ਨਾਲ ਅਸੀਂ ਉਹਨਾਂ ਨੂੰ ਹਰਾਉਣਾ ਹੈ ਤੇ ਫਿਰ ਅਸੀਂ ਆਪਣੀ ਕੌਮ ਨੂੰ ਵੀ ਆਜ਼ਾਦ ਕਰਨਾ। ਸੋ ਬਿਲਕੁਲ ਬਹੁਤ ਸਾਰੀਆਂ ਚਰਚਾਵਾਂ ਜਿਹੜੀਆਂ ਹੈਗੀਆਂ ਦੋਵੇਂ ਪਾਸੇ ਤੋਂ ਚੱਲਦੀਆਂ। ਜਦੋਂ ਅਜਿਹੀਆਂ ਘਟਨਾਵਾਂ ਹੁੰਦੀਆਂ, ਵੱਡੀਆਂ ਘਟਨਾਵਾਂ ਹੁੰਦੀਆਂ, ਤਾਂ ਸਾਰੇ ਲੋਕਾਂ ਦਾ ਧਿਆਨ ਉਸ ਪਾਸੇ ਵੱਲ ਕੇਂਦਰਿਤ ਹੋ ਜਾਂਦਾ। ਤਾਂ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਹਰ ਕੋਈ ਇਹ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਸ ਹੈਗੇ, ਉਹਨਾਂ ਦੇ ਉੱਤੇ ਪ੍ਰਤੀਕਿਰਿਆਵਾਂ ਲੋਕ ਦਿੰਦੇ ਆ। ਜਿੱਥੇ ਪੱਖ ਦਿੰਦੇ ਉੱਥੇ ਖਿਲਾਫ ਦਿੰਦੇ ਆ। ਪਰ ਕਿਸੇ ਵੀ ਪ੍ਰਤੀਕਿਰਿਆ ਨੂੰ ਦੇਣ ਤੋਂ ਪਹਿਲਾਂ ਬਹੁਤ ਸਾਰੀਆਂ ਚੀਜ਼ਾਂ ਸਮਾਜ ਦੇ ਵਿੱਚ ਵਿਚਾਰਨਯੋਗ ਆ, ਜਿਨ੍ਹਾਂ ਦੇ ਉੱਤੇ ਵਿਚਾਰ ਹੋਣੀ ਚਾਹੀਦੀ ਹੈ। ਹੋ ਸਕਦਾ ਸਾਡੇ ਵਿਚਾਰਾਂ ਦੇ ਨਾਲ ਤੁਸੀਂ ਸਹਿਮਤ ਨਾ ਹੋਵੋ, ਪਰ ਫਿਰ ਵੀ ਚਰਚਾਵਾਂ ਜੇਕਰ ਹੋਣਗੀਆਂ ਤਾਂ ਉਹਨਾਂ ਦੇ ਵਿੱਚੋਂ ਜ਼ਰੂਰ ਕੁਝ ਸਾਹਮਣੇ ਚੰਗਾ ਨਿਕਲ ਕੇ ਆਉਂਦਾ। ਜੇ ਦੁੱਧ ਨੂੰ ਰਿੜਕਦੇ ਹਾਂ ਤਾਂ ਉਸ ਦੇ ਵਿੱਚੋਂ ਦਹੀਂ ਜਮਾ ਕੇ ਰਿੜਕਦੇ ਹਾਂ, ਉਸ ਦੇ ਵਿੱਚੋਂ ਮੱਖਣ ਨਿਕਲਦਾ, ਬਹੁਤ ਕੁਝ ਨਿਕਲਦਾ। ਉਹ ਰਿੜਕਣਾ ਬਹੁਤ ਜ਼ਰੂਰੀ ਹੁੰਦਾ। ਕਿਸੇ ਵਿਚਾਰ ਨੂੰ ਰਿੜਕਦੇ ਹਾਂ ਤਾਂ ਉਹਦੇ ਵਿੱਚੋਂ ਚੰਗੀਆਂ ਚੀਜ਼ਾਂ ਜ਼ਰੂਰ ਨਿਕਲ ਕੇ ਆਉਂਦੀਆਂ। ਸੋ ਇਹ ਅਪੀਲ ਵੀ ਹੈ, ਪੰਜਾਬ ਦੀ ਏਕਤਾ ਦੇ ਲਈ ਵੀ ਅਪੀਲ ਹੈ, ਪੰਜਾਬ ਦੀ ਏਕਤਾ ਦੇ ਲਈ, ਪੰਜਾਬ ਦੀ ਬਿਹਤਰੀ ਦੇ ਲਈ ਕਾਮਨਾ ਵੀ। ਉਮੀਦ ਕਰਦੇ ਹਾਂ ਇਹ ਵਿਚਾਰ ਚਰਚਾ ਤੁਹਾਡੇ ਲਈ ਜ਼ਰੂਰ ਲਾਭਦਾਇਕ ਰਹੇਗੀ। ਜੇਕਰ ਤੁਹਾਨੂੰ ਇਹ ਵਿਚਾਰ ਚੰਗੇ ਲੱਗੇ ਤਾਂ ਆਪਣੀਆਂ ਪ੍ਰਤੀਕਿਰਿਆਵਾਂ ਜਾਂ ਆਪਣੇ ਸੁਝਾਅ ਜਿਹੜੇ ਹੈਗੇ ਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ। ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ, ਰੋਪੜ।